जय मसीह भैनों ते भरावो, गॉड ब्लैस यू। परमेश्वर तुहानू बहुत बरकत देवे। आओ सीधा परमेश्वर के वचन दे विच जावांगे ते मैं विश्वास करदा हां कि अज दा वचन एक छिक्का मारन जा रहा हैगा आ अपनी जिंदगियां दे विच। बल्कि मैं कहांगा कि अज दे वचन ने तो ऑलरेडी वो छिक्का मार दिता है अपनी जिंदगियां दे विच। मैनू याद आ कि दस्या जांदा आ कि अपने भारत दे टीम दे विच सब तो ज़्यादा उच्चा ते लंबा छिक्का जिहड़ा मारिया सीगा ਉਹ अपना कैप्टन धोनी ने मारिया सीगा। ते उस तो बाद विच मिस्टर धोनी ने एक नवां छिक्का कढ लिया सीगा जिहनूं कहंदे सीगे हैलीकॉप्टर छिक्का, हैलीकॉप्टर शॉट। वो एक घुमा के मारदा सीगा हैलीकॉप्टर शॉट ते जिहड़ी बॉल सीगी वो पूरे छिक्के दी बाउंड्री ते जांदी सीगी। सो बराबर मैं जो छिक्किया की गल करते हैं, जो छिक्के छिक्के बजते हैं, मेरे ख्याल मैंने नहीं पता कितनी बार अपने इंडियन कैप्टन मिस्टर धोनी उन्होंने मैन ऑफ द मैच डिक्लेयर किया गया। पता नहीं कितनी बार मैन ऑफ द मैच। लेकिन आज मैं एक सवाल करना चाहना थोड़ा सारे मैन ऑफ द सेंचुरी के बारे। थोड़ा पता कि 15वीं सेंचुरी के मैन ऑफ द मैच नहीं, 15वीं सेंचुरी विच मैन ऑफ द सेंचुरी है, यानी कि सारी सेंचुरी यानी कि 100 सालां दा मैन ऑफ द सेंचुरी कौन सीगा, सदी दा वो सारी सदी दा मैन कौन सीगा, बंदा कौन सीगा, मैन ऑफ द सेंचुरी, मैन ऑफ द सदी कौन सीगा, 15वीं सदी दा कौन सीगा। तुहानूं पता है मैं दसदा कौन, ਉਹਦਾ नाम सीगा जोहानेस गुटेनबर्ग। जोहानेस गुटेनबर्ग मैन ऑफ द सेंचुरी सीगा 15वीं सेंचुरी का। जोहानेस गुटेनबर्ग वो बंदा आ जिहदा जन्म होया सीगा 1398 विच जन्म होया सी ते ओदी मृत्यु होई सीगी 1400 यानी कि 1468 ਦੇ ਵਿੱਚ ਉਹਦੀ ਮृत्यु ਹੋਈ ਸੀ। ਤੇ ਤੁਸੀਂ ਕਹੋਗੇ ਪਾਸਟਰ ਜੀ ਇਹ ਜੰਮਿਆ ਹੈਗਾ ਆ ਤੇ ਫਿਰ ਇਹਦੀ ਡੈਥ ਹੋਈ ਆ 15ਵੀਂ ਸੈਂਚੁਰੀ ਚ ਹੋਈ ਆ, ਲੇਕਿਨ ਇਹ ਮੈਨ ਆਫ ਦ ਸੈਂਚੁਰੀ ਕਿਉਂ ਰਿਹਾ? ਮੈਨ ਆਫ ਦ ਸੈਂਚੁਰੀ ਕਾਹਤੋਂ ਇਹਨੂੰ ਨਾਮ ਦਿੱਤਾ ਗਿਆ, ਕਾਹਤੋਂ ਕਿਹਾ ਗਿਆ ਇਹਨੂੰ ਤਾਂ ਕਿਹਾ ਗਿਆ ਕਿਉਂਕਿ ਉਹ ਬੰਦਾ ਆ ਜਿਹਨੇ ਪ੍ਰਭੂ ਤੇ ਪਹਿਲਾਂ ਬਾਈਬਲ ਪ੍ਰਿੰਟ ਕਰਾਈ ਸੀਗੀ। ਇਹ ਉਹ ਬੰਦਾ ਆ ਜਿਹਨੇ ਪ੍ਰਿੰਟਰ ਦੀ ਖੋਜ ਕੀਤੀ ਸੀ। ਪਹਿਲਾਂ ਪ੍ਰਿੰਟਰ ਦੀ ਖੋਜ ਕਰਕੇ ਤੇ ਬਾਈਬਲ ਪ੍ਰਿੰਟ ਕਰਾਈ ਗਈ ਸੀ। ਜੀ ਹਾਂ ਭਰਾਵੋ ਤੇ ਭੈਣੋ, ਇਹਨੇ ਐਸਾ ਵੱਡਾ ਕੰਮ ਕੀਤਾ ਹੈ ਦੁਨੀਆ ਦੇ ਵਿੱਚ ਕਿ ਉਹ ਬਾਈਬਲ ਅੱਜ ਤੁਹਾਡੇ ਹੱਥਾਂ ਵਿੱਚ ਬਾਈਬਲ ਆ, ਅੱਜ ਘਰਾਂ 'ਚ ਬਾਈਬਲ ਆ, ਅੱਜ ਹੋਟਲ 'ਚ ਬਾਈਬਲ ਆ। ਅੱਜ ਮੇਰਾ ਖਿਆਲ ਕੋਈ ਐਸਾ ਦੇਸ਼ ਨਹੀਂ ਹੋਵੇਗਾ ਜਿਹਦੇ ਵਿੱਚ ਬਾਈਬਲ ਨਾ ਹੋਵੇ। ਲੇਕਿਨ ਬਾਈਬਲ ਦੀ ਜਿਹੜੀ ਕਾਰਡ ਸੀਗੀ ਉਹ ਤੋਂ ਪਹਿਲਾਂ ਕਿ ਮੇਰਾ ਕਹਿਣਾ ਮਤਲਬ ਬਾਈਬਲ ਪ੍ਰਿੰਟ ਹੋਣ ਤੋਂ ਪਹਿਲਾਂ ਇਹ ਪ੍ਰਿੰਟਰ ਦੀ ਜਿਹੜੀ ਕਾਰਡ ਸੀ ਇਹ ਇਸ ਬੰਦੇ ਨੇ जोहानेस गुटेनबर्ग ने की सीगी ते इस बंदे ने बाइबल प्रिंट कराई सी। तो दसना चाहना है तुहानूं पता है कि बाइबल जिहड़ी हैगी आ ओह पहली किताब आ दुनिया दी जिहड़ी प्रिंट होई होवे, पहली किताब जिहड़ी प्रिंट होई होवे दुनिया दी सब तो पहली किताब, सब तो पहले तां ही बाइबल नूं प्रिंटर दी रानी कहा जांदा है। प्रिंटर दी रानी ਇਹ ਉਹ ਕਿਤਾਬ ਆ ਜਿਹਦੇ ਕਾਰਨ ਪ੍ਰਿੰਟਰ ਬਣਿਆ ਤੇ ਇਹ ਉਹ ਕਿਤਾਬ ਆ ਜਿਹਦੇ ਕਾਰਨ ਪਰਮੇਸ਼ਰ ਦਾ ਨਾਮ ਉੱਚਾ ਹੋਇਆ ਸਾਰੀ ਦੁਨੀਆ ਦੇ ਵਿੱਚ। ਤੇ ਇਸ ਬੰਦੇ ਨੂੰ ਮੈਨ ਆਫ ਦਾ ਸੈਂਚੁਰੀ ਕਿਹਾ ਗਿਆ ਕਿਉਂਕਿ ਏਡਾ ਵੱਡਾ ਕੰਮ ਕੀਤਾ। ਜੀ ਹਾਂ, ਬਾਈਬਲ ਜਿਹੜੀ ਹੈਗੀ ਆ 1455 ਦੇ ਵਿੱਚ ਪ੍ਰਿੰਟ ਕੀਤੀ ਗਈ ਸੀ ਪਹਿਲੀ ਵਾਰ। 1455 ਚ ਪਹਿਲੀ ਵਾਰ ਪ੍ਰਿੰਟ ਕੀਤੀ ਹੋਈ ਕਿਤਾਬ ਅੱਜ ਆਪਣੇ ਹੱਥਾਂ ਵਿੱਚ ਪਹੁੰਚੀ ਹੈਗੀ ਆ। ਪ੍ਰਭੂ ਬਾਈਬਲ ਪਰਮੇਸ਼ਰ ਦਾ ਧੰਨਵਾਦ ਕਰਦੇ ਹੈਗੇ ਆ। ਜਦੋਂ ਪਹਿਲਾਂ ਪ੍ਰਿੰਟ ਹੋਈ ਸੀਗੀ ਸਭ ਤੋਂ ਪਹਿਲਾਂ ਇਹਦੀਆਂ 48 ਕਾਪੀਜ਼ ਪ੍ਰਿੰਟ ਹੋਈਆਂ ਸੀਗੀਆਂ ਤੇ ਉਸ ਸਮੇਂ ਇੱਕ ਬਾਈਬਲ ਨੂੰ ਪ੍ਰਿੰਟ ਕਰਨ ਦੇ ਵਾਸਤੇ ਤਕਰੀਬਨ $1 ਮਿਲੀਅਨ ਦਾ ਖਰਚਾ ਆਉਂਦਾ ਸੀਗਾ। ਅੱਜ ਦੇ $1 ਮਿਲੀਅਨ ਦਾ ਖਰਚਾ ਤੁਸੀਂ ਸੋਚੋ ਉਸ ਸਮੇਂ, ਯਾਨੀ ਕਿ ਹਿਸਾਬ ਦੇ ਵਿੱਚ ਲਾ ਕੇ ਤਕਰੀਬਨ ਜਿੰਨਾ ਅੱਜ $1 ਮਿਲੀਅਨ ਦਾ ਖਰਚਾ ਉਨਾ ਖਰਚਾ ਆਉਂਦਾ ਸੀ ਇੱਕ ਬਾਈਬਲ ਨੂੰ ਪ੍ਰਿੰਟ ਕਰਨ ਦੇ ਵਾਸਤੇ। ਪਹਿਲਾਂ ਬਾਈਬਲ ਜਿਹੜੀ ਹੈਗੀ ਆ ਉਹ ਖਾਲਾਂ ਦੇ ਉੱਤੇ ਲਿਖੀ ਜਾਂਦੀ ਸੀਗੀ, ਫਿਰ ਬਾਅਦ ਵਿੱਚ ਜਾ ਕੇ ਪੇਪਰ ਬਣਿਆ ਤੇ ਫਿਰ ਪੇਪਰ ਦੇ ਉੱਤੇ ਲਿਖਣੀ ਸ਼ੁਰੂ ਹੋਈ। ਤੇ ਕਹਿ ਸਕਦੇ ਇੱਕ ਤਰ੍ਹਾਂ ਬਈ ਪੇਪਰ ਦੀ ਕਾਰਡ ਵੀ ਤਾਂ ਹੀ ਹੋਈ ਤਾਂ ਕਿ ਲਿਖੀ ਜਾਵੇ, ਯਾਨੀ ਕਿ ਕਿਤਾਬ ਯਾਨੀ ਕਿ ਨੋਟਬੁੱਕ ਯਾਨੀ ਕਿ ਕਾਪੀ ਯਾਨੀ ਕਿ ਬੁੱਕ ਦੀ ਕਾਰਡ ਤਾਂ ਹੀ ਹੋਈ ਤਾਂ ਕਿ ਬਾਈਬਲ ਲਿਖੀ ਜਾਵੇ ਸਭ ਤੋਂ ਪਹਿਲਾਂ। ਆਮੇਨ। ਸੋ ਪ੍ਰਭੂ ਨੇ ਕਾਗਜ਼ ਦੀ ਕਾਰਡ ਤਾਂ ਹੀ ਹੋਈ ਤਾਂ ਕਿ ਬਾਈਬਲ ਲਿਖੀ ਜਾਵੇ ਸਭ ਤੋਂ ਪਹਿਲਾਂ। ਆਮੇਨ। ਸੋ ਪਰਮੇਸ਼ਰ ਨੇ ਏਡਾ ਵੱਡਾ ਕੰਮ ਕੀਤਾ। ਪ੍ਰਭੂ ਦਾ ਪਰਮੇਸ਼ਰ ਧੰਨਵਾਦ ਕਰਦੇ ਆ। ਅੱਜ ਦੁਨੀਆ ਦੇ ਵਿੱਚ 5 ਬਿਲੀਅਨ ਕਾਪੀਜ਼ ਬਾਈਬਲ ਦੀਆਂ ਵਿਕ ਚੁੱਕੀਆਂ ਨੇ। 5
ਬਿਲੀਅਨ ਕਾਪੀਜ਼ 5 ਬਿਲੀਅਨ ਦੀ ਗੱਲ ਕਰਦਾ ਮੈਂ ਕਾਪੀਜ਼ ਸਾਰੀ ਦੁਨੀਆ ਵਿੱਚ ਵਿਕ ਗਿਆ। ਹੋਰ ਦੱਸਣਾ ਚਾਹਣਾ ਕੋਈ ਵੀ ਕਿਤਾਬ ਨਹੀਂ ਗਈ, ਨਾ ਕੋਈ ਧਾਰਮਿਕ ਗ੍ਰੰਥ, ਨਾ ਕੋਈ ਧਾਰਮਿਕ ਕਿਤਾਬ, ਨਾ ਕੋਈ ਫੇਮਸ ਬੁੱਕ 1 ਬਿਲੀਅਨ ਤੱਕ ਵੀ ਨਹੀਂ ਪਹੁੰਚਦੀ। 1 ਬਿਲੀਅਨ ਦੇ ਨੇੜੇ ਤੇੜੇ ਵੀ ਨਹੀਂ ਪਹੁੰਚਦੀ ਕੋਈ ਵੀ ਧਾਰਮਿਕ ਕਿਤਾਬ, ਕੋਈ ਵੀ ਜ਼ਬਰਦਸਤ ਕਿਤਾਬ, ਚੰਗੀ ਕਿਤਾਬ 1 ਬਿਲੀਅਨ ਦੇ ਨੇੜੇ ਤੇੜੇ ਪਹੁੰਚ ਗਈ। ਬਾਈਬਲ ਜਿਹੜੀ ਆ ਉਹ 5 ਬਿਲੀਅਨ ਤੋਂ ਵੀ ਜ਼ਿਆਦਾ ਕਾਪੀਆਂ ਸੋਲਡ ਹੋ ਚੁੱਕੀਆਂ ਨੇ ਸਾਰੀ ਦੁਨੀਆ ਦੇ ਵਿੱਚ। ਪਰਮੇਸ਼ਰ ਦਾ ਧੰਨਵਾਦ ਕਰਦੇ ਹੈਗੇ ਆ। ਕਿੰਨੀ ਬਰਕਤ ਵਾਲੀ ਗੱਲ। ਇਹ ਇੱਕੋ ਕਿਤਾਬ ਆ ਦੁਨੀਆ ਦੇ ਵਿੱਚ ਜਿਹੜੀ ਪ੍ਰਾਪਤ ਪੈਣੋਂ 3,384 ਲੈਂਗੁਏਜਸ ਦੇ ਵਿੱਚ ਟ੍ਰਾਂਸਲੇਸ਼ਨ ਕੀਤੀ ਗਈ ਹੈ ਇਹਦੀ। ਤੁਸੀਂ ਸੋਚੋ ਤਕਰੀਬਨ 4000 ਲੈਂਗੁਏਜਸ ਦੇ ਵਿੱਚ ਤਰਜਮਾ ਕੀਤਾ ਗਿਆ ਆ ਇਸ ਕਿਤਾਬ ਦਾ। ਹੋਰ ਬਾਕੀ ਦੀਆਂ ਜਿਹੜੀਆਂ ਦੁਨੀਆ ਦੀ ਕਿਤਾਬਾਂ ਨੇ ਉਹਨਾਂ ਦਾ 4-5 ਹੋ ਗਏ ਤਰਜਮੇ, 10-15 ਤਰਜਮੇ ਹੋ ਗਏ, 50 ਤਰਜਮੇ ਹੋ ਗਏ, ਉਹ ਤੋਂ ਉੱਤੇ ਨਹੀਂ ਜਾਂਦੇ। ਲੇਕਿਨ ਬਾਈਬਲ ਐਸੀ ਕਿਤਾਬ ਹੈਗੀ ਆ 4000 ਤਕਰੀਬਨ ਬੋਲੀਆਂ ਦੇ ਵਿੱਚ ਤਰਜਮਾ ਕੀਤਾ ਗਿਆ। ਜਦੋਂ ਤੁਸੀਂ ਨਵੇਂ ਨੇਮ ਦੀ ਗੱਲ ਕਰਦੇ ਆ 2191 ਲੈਂਗੁਏਜਸ ਦੇ ਵਿੱਚ ਸਿਰਫ ਕੱਲਾ ਨਵਾਂ ਨੇਮ ਦਾ ਤਰਜਮਾ ਕੀਤਾ ਗਿਆ ਹੈ। ਯਾਨੀ ਕਿ ਜਦੋਂ ਨਿਊ ਟੈਸਟਾਮੈਂਟ ਦਿੰਦੇ ਆਪਾਂ, ਉਹ ਨਿਊ ਟੈਸਟਾਮੈਂਟ ਦੇਣ ਦੇ ਵਾਸਤੇ ਕਈ ਇਦਾਂ ਦੀਆਂ ਨਿਊ ਟੈਸਟਾਮੈਂਟ ਬਣੇ ਨੇ ਹੋਰ ਵੀ ਡਿਫਰੈਂਟ ਬੁੱਕਸ ਦੇ ਲੈਂਗੁਏਜਸ ਦੇ ਵਿੱਚ, ਜਿਹਦੇ ਵਿੱਚ 2191 ਓਲਡ ਟੈਸਟਾਮੈਂਟ ਦੇ ਕੱਲੀਆਂ ਦੀ ਗੱਲ ਕਰਦੇ ਆ, ਕੱਲਾ ਓਲਡ ਟੈਸਟਾਮੈਂਟ 698 ਲੈਂਗੁਏਜਸ ਦੇ ਵਿੱਚ ਤਰਜਮਾ ਕੀਤਾ ਗਿਆ ਹੈ। ਲੇਕਿਨ ਪੂਰੀ ਬਾਈਬਲ, ਕੰਪਲੀਟ ਬਾਈਬਲ ਪ੍ਰਾਪਤ ਪੈਣੋ 3,384 ਵਾਰ ਇਹਦਾ ਤਰਜਮਾ 84 ਲੈਂਗੁਏਜਸ ਦੇ ਵਿੱਚ ਇਹਦਾ ਤਰਜਮਾ ਕੀਤਾ ਗਿਆ ਹੈ। ਪ੍ਰਭੂ ਦਾ ਧੰਨਵਾਦ ਕਰ ਰਹੇ ਹਾਂ। ਬਾਈਬਲ ਤੁਹਾਨੂੰ ਪਤਾ ਕਿ ਅੱਜ ਦਾ ਇਸ ਮਹੀਨਾ ਜਿਹੜਾ ਹੈਗਾ ਆ ਇਹ ਬਾਈਬਲ ਦਾ ਮੰਥ ਸ਼ੁਰੂ ਹੋਣ ਜਾ ਰਿਹਾ ਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਬਾਈਬਲ ਤੁਹਾਡੇ ਹੱਥ ਵਿੱਚ ਆ, ਪ੍ਰਭੂ ਬਤਾਇਆ ਉਹਦੀ ਕੀਮਤ ਕੀ ਆ, ਉਹਦੀ ਕੀਮਤ ਕੀ ਹੈ। ਤੁਹਾਨੂੰ ਪਤਾ ਵੀ ਕਿੰਨੇ ਲੋਕਾਂ ਨੇ ਮਿਹਨਤ ਕਰਕੇ ਆਪਣੀਆਂ ਜਾਨਾਂ ਵੀ ਗਵਾ ਕੇ ਦਿਨ ਰਾਤ ਧਿਆਨ ਲਾ ਕੇ ਬਾਈਬਲ ਇਕੱਠੀ ਕੀਤੀ ਹੈ। ਬਾਈਬਲ ਜਿਹੜੀ ਹੈਗੀ ਆ, ਜੇ ਕਿਹਾ ਜਾਏ ਬਾਈਬਲ ਦਾ ਮਤਲਬ ਕੀ ਆ, ਮਤਲਬ ਆ ਕਿਤਾਬਾਂ ਦੀ ਕਿਤਾਬ। ਤੁਹਾਨੂੰ ਪਤਾ ਕਿ ਜਿਹੜੀ ਬਾਈਬਲ ਹੈਗੀ ਆ ਇਹਦੇ ਵਿੱਚ, ਬਾਈਬਲ ਦੇ ਵਿੱਚ 66 ਕਿਤਾਬਾਂ ਨੇ। ਇਹ 66 ਕਿਤਾਬਾਂ ਦੀ ਕਿਤਾਬ ਬਣਦੀ ਹੈ। ਕਿਸੇ ਨੇ ਕਿਹਾ ਬਾਈਬਲ BIBLE ਇਹਦਾ ਮਤਲਬ ਹੈਗਾ ਆ ਬੇਸਿਕ ਇਨਫੋਰਮੇਸ਼ਨ ਬਿਫੋਰ ਲਿਵਿੰਗ ਅਰਥ। ਬਾਈਬਲ ਯਾਨੀ ਕਿ ਬੇਸਿਕ ਇਨਫੋਰਮੇਸ਼ਨ ਬਿਫੋਰ ਲਿਵਿੰਗ ਅਰਥ। ਇਸ ਦੁਨੀਆ ਨੂੰ ਛੱਡ ਕੇ ਜਾਣ ਤੋਂ ਪਹਿਲਾਂ ਇਹ ਜ਼ਰੂਰੀ ਆ ਕਿ ਤੁਸੀਂ ਬਾਈਬਲ ਦੇ ਵਿੱਚ ਜਾ ਸਕੋ, ਬਾਈਬਲ ਨੂੰ ਪੜ੍ਹ ਸਕੋ, ਤਾਂ ਕਿ ਤੁਹਾਨੂੰ ਉਹ ਇਨਫੋਰਮੇਸ਼ਨ ਮਿਲ ਜੇ ਜਿਸ ਇਨਫੋਰਮੇਸ਼ਨ ਦੇ ਨਾਲ ਤੁਸੀਂ ਇਹ ਦੁਨੀਆ ਨੂੰ ਛੱਡ ਕੇ ਜਾਣਾ ਹੈ, ਜਿਸ ਇਨਫੋਰਮੇਸ਼ਨ ਨਾਲ ਤੁਸੀਂ ਸਵਰਗ ਵਿੱਚ ਪਹੁੰਚਣਾ ਹੈ। ਬਾਈਬਲ ਪ੍ਰਾਪਤ ਕਰਨਾ ਬਹੁਤ ਹੀ ਜ਼ਬਰਦਸਤ। ਬਾਈਬਲ ਦੇ ਵਿੱਚ 35 ਦੇਸ਼ਾਂ ਤੋਂ ਜ਼ਿਆਦਾ ਦੇਸ਼ਾਂ ਦੇ ਨਾਮ ਦਰਜ ਨੇ। 35 ਦੇਸ਼ਾਂ ਤੋਂ ਜ਼ਿਆਦਾ ਨਾਮ। ਤੁਹਾਨੂੰ ਪਤਾ ਕਿ ਆਪਣੀ ਇੰਡੀਆ, ਭਾਰਤ ਦਾ ਨਾਮ ਬਾਈਬਲ ਦੇ ਵਿੱਚ ਲਿਖਿਆ ਗਿਆ ਹੈ। ਇੰਡੀਆ ਦਾ ਨਾਮ ਵੀ ਬਾਈਬਲ ਦੇ ਵਿੱਚ ਦਰਜ ਹੈ, ਲਿਖਿਆ ਗਿਆ 2 ਵਾਰ। 35 ਦੇਸ਼ਾਂ ਤੋਂ ਜ਼ਿਆਦਾ ਇਹ ਨਾਮ ਦੇਸ਼ਾਂ ਦੇ ਦਰਜ ਹੈਗੇ ਨੇ ਬਾਈਬਲ ਦੇ ਵਿੱਚ। ਤੇ ਪ੍ਰਭੂ ਨੂੰ ਕੱਲਾ ਹੀ ਨਹੀਂ, ਬਾਈਬਲ ਨੂੰ ਐਟੀਕੇਟ ਕੀਤਾ ਗਿਆ ਆ, ਬਾਈਬਲ ਨੂੰ ਐਜ਼ ਅ ਰੈਫਰੈਂਸ ਯੂਜ਼ ਕੀਤਾ ਗਿਆ ਆ। ਰਾਜਿਆਂ ਨੇ, ਵੱਡੇ ਸਾਇੰਸਦਾਨਾਂ ਨੇ, ਵੱਡੇ ਪ੍ਰੈਜ਼ੀਡੈਂਟਸ ਨੇ, ਵੱਡੇ ਇੰਪੋਰਟੈਂਟ ਲੀਡਰਸ ਨੇ, ਲੋਕਾਂ ਨੇ ਬਾਈਬਲ ਦੇ ਵਿੱਚੋਂ ਚੀਜ਼ਾਂ ਕੋਟ ਕੀਤੀਆਂ ਗਈਆਂ ਨੇ। ਹਿਸਟਰੀ ਦੇ ਵਿੱਚ ਚੀਜ਼ਾਂ ਕੋਟ ਕੀਤੀਆਂ ਗਈਆਂ ਨੇ ਬਾਈਬਲ ਦੇ ਵਿੱਚੋਂ ਲੈ ਕੇ। ਪ੍ਰਾਪਤ ਕਰਨਾ ਜ਼ਬਰਦਸਤ। ਦੇਖੋ ਤੁਸੀਂ, ਬਾਈਬਲ ਇੱਕ ਐਸੀ ਕਿਤਾਬ ਹੈਗੀ ਹੈ ਪ੍ਰਾਪਤ ਕਰਨਾ ਜਿਹੜੀ ਬਹੁਤ ਹੀ ਜ਼ਿਆਦਾ ਪਰਸੀਕਿਊਟ ਕੀਤੀ ਗਈ ਹੈ। ਬਾਈਬਲ ਨੂੰ ਜਲਾਇਆ ਗਿਆ ਹੈ, ਬਾਈਬਲ ਨੂੰ ਤੋੜਿਆ ਗਿਆ ਹੈ, ਕੱਟਿਆ ਗਿਆ ਹੈ, ਡਿਸਟਰੋਏ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਪੂਰੀ ਤਰ੍ਹਾਂ ਦੇ ਨਾਲ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਲੇਕਿਨ ਜੇ ਤੁਸੀਂ ਚਾਹੋ, ਸੋਚੋ ਵੀ ਅੱਜ ਕੋਈ ਬਾਈਬਲ ਨੂੰ ਡਿਸਟਰੋਏ ਕਰ ਦੇਗਾ, ਸਾਰੇ ਦੇਸ਼ਾਂ ਦੇ ਵਿੱਚ ਕਿੱਦਾਂ ਡਿਸਟਰੋਏ ਕਰ ਦਿਆਗਾ। ਬਾਈਬਲ ਜਿਹੜੀ ਹੈਗੀ ਆ, ਤੁਸੀਂ ਉਹ 5 ਬਿਲੀਅਨ ਕਿਤਾਬਾਂ ਨੇ। 5 ਬਿਲੀਅਨ ਕਿਤਾਬਾਂ ਜਿਹੜੀਆਂ ਸੋਲਡ ਹੋ ਚੁੱਕੀਆਂ ਨੇ। ਪ੍ਰਾਪਤ ਆਪਣਾ ਸੋਚੋ ਤੁਸੀਂ, ਵੇਚੀਆਂ ਗਈਆਂ ਨੇ, ਬਾਕੀ ਜਿਹੜੀਆਂ ਫ੍ਰੀ ਗਈਆਂ ਨੇ ਉਹ ਤੋਂ ਅਲੱਗ ਨੇ। ਸੋਚੋ ਤੁਸੀਂ ਆਪਣੀ। ਸੋ ਬਾਈਬਲ ਨੂੰ ਕਿਸੇ ਵੀ ਹਾਲਤ ਵਿੱਚ ਡਿਸਟਰੋਏ ਨਹੀਂ ਕੀਤਾ ਜਾ ਸਕਦਾ। ਪ੍ਰਾਪਤ ਬਣਾਓ। ਧੰਨਵਾਦ ਕਰਦੇ ਹੈਗੇ ਪਰਮੇਸ਼ਰ ਦਾ ਤੇ ਉਹਨਾਂ ਲੋਕਾਂ ਦਾ, ਤੇ ਖਾਸ ਤੌਰ ਤੇ ਪ੍ਰਭੂ ਦਾ ਧੰਨਵਾਦ ਕਰਦੇ ਆ ਇਸ ਬੰਦੇ ਦੇ ਲਈ, ਜੋਹਨਸ ਗੁਟਨਬਰਗ ਨੇ। ਇਹ ਜਰਮਨੀ ਸੀਗਾ ਮੁੰਡਾ, ਜਰਮਨੀ ਸੀਗਾ, ਤੇ ਇਹਨੇ ਸੋਚਿਆ ਵੀ ਬਾਈਬਲ ਵਿੱਚ ਏਡੀ ਵੱਡੀ ਬਰਕਤ ਆ, ਮੈਂ ਚਾਹਾਂਗਾ ਕਿ ਬਾਈਬਲ ਮੇਰੇ ਸਾਰੇ ਪਰਿਵਾਰ ਨੂੰ ਮਿਲ ਸਕੇ ਤੇ ਇਹ ਮੈਂ ਕਿਸੇ ਤਰੀਕੇ ਨਾਲ ਇਹਨੂੰ ਪ੍ਰਿੰਟ ਕਰਾਂ। ਫਿਰ ਉਹਨੇ ਪ੍ਰਿੰਟਰ ਦੀ ਖੋਜ ਕੀਤੀ, ਪ੍ਰਿੰਟਰ ਦੀ ਕਾਢ ਕੀਤੀ, ਫਿਰ ਪਹਿਲੀ ਬਾਈਬਲ ਤਿਆਰ ਕੀਤੀ ਉਹਨੇ 1455 ਦੇ ਵਿੱਚ। ਉਹ ਤੋਂ ਬਾਅਦ ਫਿਰ 34 ਕਿਤਾਬਾਂ ਪ੍ਰਿੰਟ ਕੀਤੀਆਂ, ਤਾਂ ਵੱਧ ਗਈ। ਉਹ ਤੋਂ ਬਾਅਦ ਬਾਈਬਲ ਸੁਸਾਇਟੀ ਕੋਲੇ ਚਲੀ ਗਈ। ਭਰਾਵਾ ਤੁਹਾਨੂੰ ਪਤਾ ਆ, ਬਹੁਤ ਹੀ ਜ਼ਿਆਦਾ ਦੇਸ਼ ਹੈਗੇ ਨੇ ਜਿਨ੍ਹਾਂ ਦੀ ਫਾਊਂਡੇਸ਼ਨ ਬਾਈਬਲ ਦੇ ਉੱਤੇ ਆ, ਪਰਮੇਸ਼ਰ ਦੇ ਵਚਨ ਦੇ ਉੱਤੇ। ਦੇਸ਼ਾਂ ਦੀ ਫਾਊਂਡੇਸ਼ਨ ਆ,
ਪਰਮੇਸ਼ਰ ਦੇ ਵਚਨਾਂ ਦੇ ਉੱਤੇ ਰਾਜਾਂ ਦੀ ਫਾਊਂਡੇਸ਼ਨ ਆ, ਪਰਮੇਸ਼ਰ ਦੇ ਵਚਨਾਂ ਦੇ ਉੱਤੇ ਕਈ ਪ੍ਰੈਜ਼ੀਡੈਂਟਸ ਦੀ ਫਾਊਂਡੇਸ਼ਨ ਆ, ਪਰਮੇਸ਼ਰ ਦੇ ਵਚਨਾਂ ਦੇ ਉੱਤੇ ਕਈ ਸਿਟੀਜ਼ ਦੀ ਫਾਊਂਡੇਸ਼ਨ ਆ, ਪਰਮੇਸ਼ਰ ਦੇ ਵਚਨਾਂ ਦੇ ਉੱਤੇ ਕਈ ਪਰਿਵਾਰਾਂ ਦੀ ਫਾਊਂਡੇਸ਼ਨ ਆ। ਆਮੇਨ। ਪਰਮੇਸ਼ਰ ਦੇ ਵਚਨਾਂ ਦੇ ਉੱਤੇ ਇਜ਼ਰਾਈਲ ਦੇਸ਼ ਫੋਰ ਐਗਜ਼ਾਮਪਲ, ਇਜ਼ਰਾਈਲ ਦਾ ਸਾਰਾ ਦੇਸ਼ ਦਾ ਦੇਸ਼ ਬਾਈਬਲ ਨੂੰ ਐਜ਼ ਅ ਕਨਸਟੀਟਿਊਸ਼ਨ ਮੰਨਦਾ ਆ, ਬਲਕਿ ਬਾਈਬਲ ਇਜ਼ਰਾਈਲੀ ਦੇਸ਼ ਦੀ ਕਨਸਟੀਟਿਊਸ਼ਨ ਦੀ ਕਿਤਾਬ ਆ ਵੀ ਦੇਸ਼ ਜਿਹੜਾ ਆ ਕਿੱਦਾਂ ਚਲਾਉਣਾ ਆ। ਸੋਚ ਤੁਸੀਂ ਆਪੇ, ਜਿਹੜਾ ਦੇਸ਼ ਇਸ ਕਿਤਾਬ ਨੂੰ ਫੜ ਲੂਗਾ ਉਹ ਬੰਦਾ ਤਰ ਜੂਗਾ, ਜਿਹੜਾ ਪਰਿਵਾਰ ਫੜ ਲੂਗਾ ਪਰਿਵਾਰ ਤਰ ਜੂਗਾ, ਜਿਹੜਾ ਦੇਸ਼ ਫੜ ਲੂਗਾ ਦੇਸ਼ ਤਰ ਜੂਗਾ, ਜਿਹੜਾ ਸਿਟੀ ਜਾਂ ਪਿੰਡ ਫੜ ਲੂਗਾ ਉਹ ਵੀ ਤਰ ਜਾਣਗੇ। ਇਹ ਪਰਮੇਸ਼ਰ ਦਾ ਵਚਨ ਆ, ਇਹ ਰੱਬ ਦਾ ਵਚਨ ਆ ਭਰਾਵੋ ਤੇ ਭੈਣੋ। ਆਮੇਨ। ਪ੍ਰਭੂ ਦਾ ਧੰਨਵਾਦ ਕਰਦੇ ਹੈਗੇ ਆ ਇਸ ਕਿਤਾਬ ਦੇ ਲਈ। ਪ੍ਰਭੂ ਦਾ ਵਚਨ ਆਪਾਂ ਨੂੰ ਇਹ ਵੀ ਦੱਸਦਾ ਹੈ ਕਿ ਬਾਈਬਲ ਜਿਹੜੀ ਹੈ 3 ਭਾਸ਼ਾਵਾਂ 'ਚ ਲਿਖੀ ਗਈ ਆ, ਅਬਰਾਨੀਆਂ 'ਚ ਲਿਖੀ ਗਈ ਆ, ਗ੍ਰੀਕ 'ਚ ਲਿਖੀ ਗਈ ਆ, ਤੇ ਨਾਲੇ ਇਹ ਅਰਾਮੇਓ 'ਚ ਵੀ ਲਿਖੀ ਗਈ ਆ। ਅਰਾਮੇਓ ਦੇ ਵਿੱਚ ਕੁਝ ਗੱਲਾਂ ਲਿਖੀਆਂ ਗਈਆਂ ਨੇ। ਅਬਰਾਨੀਆਂ ਕਹਿੰਦੇ ਨੇ, ਅਬਰਾਨੀਆਂ ਦੀ ਜਿਹੜੀ ਭਾਸ਼ਾ ਹੈਗੀ ਆ ਉਹ ਇੰਨੀ ਗਹਿਰੀ ਭਾਸ਼ਾ ਆ। ਕਹਿੰਦੇ ਨੇ ਵੀ ਦੁਨੀਆ ਦੇ ਵਿੱਚ ਜੇ ਕੋਈ ਗਹਿਰੀ ਭਾਸ਼ਾ ਹੈ, ਜਿੱਦਾਂ ਆਪਣੇ ਇੰਡੀਆ ਵਿੱਚ ਸੰਸਕ੍ਰਿਤ ਗਹਿਰੀ ਆ, ਵੈਸੇ ਤਾਂ ਆਪਣੀ ਹਿੰਦੀ ਪੰਜਾਬੀ ਵੀ ਗਹਿਰੀ ਆ, ਤੇ ਸਮਝਾਉਣ ਦੇ ਵਾਸਤੇ ਵੀ ਇੰਗਲਿਸ਼ ਇੰਨੀ ਗਹਿਰੀ ਨਹੀਂ ਗਈ ਵੀ ਜਿੱਦਾਂ ਅੰਗਰੇਜ਼ੀ ਦੇ ਵਿੱਚ ਇੱਕ ਸ਼ਬਦ ਆ ਵੀ ਅੰਕਲ, ਹੈ ਨਾ, ਵੀ ਮੈਂ ਅੰਕਲ ਆ ਗਿਆ ਜੀ, ਮੇਰਾ ਅੰਕਲ ਆ ਗਿਆ। ਤੇ ਹੁਣ ਪੰਜਾਬੀ 'ਚ ਜੇ ਕਿਹੜਾ ਹੋਊਗਾ, ਤੁਸੀਂ ਪੰਜਾਬੀ 'ਚ ਕਹਿ ਸਕੋ ਮੇਰਾ ਚਾਚਾ ਆ ਗਿਆ, ਮੇਰਾ ਤਾਇਆ ਆ ਗਿਆ, ਮੇਰਾ ਫੁੱਫੜ ਆ ਗਿਆ, ਮੇਰਾ ਮਾਮਾ ਆ ਗਿਆ। ਸਾਡੇ ਤਾਂ ਅੰਕਲ ਮੁੱਕਦੇ ਹੀ ਨਹੀਂ ਹੈ। ਸੋ ਇਸੇ ਤਰ੍ਹਾਂ ਬਰਾਬਰ ਮੈਨੂੰ ਜਿਹੜੀ ਗ੍ਰੀਕ ਹੈਗੀ ਹੈ ਜਾਂ ਜਿਹੜੀ ਅਬਰਾਨੀਆਂ, ਇਹ ਦੋਨੋਂ ਭਾਸ਼ਾ ਨੇ, ਇਹ ਇੰਨੀਆਂ ਗਹਿਰੀਆਂ ਨੇ ਵੀ ਇੱਕ ਸ਼ਬਦ ਦੇ ਨਾਲ ਤੁਸੀਂ ਐਨ ਪੂਰਾ ਸਮਝਾ ਸਕਦੇ ਹੋ ਵੀ ਕਿਹਦੀ ਗੱਲ ਕਰਦਾ ਹੈ। ਇਹਦੇ ਵਿੱਚ ਐਸੇ ਵੀ ਸ਼ਬਦ ਨੇ ਜਿੱਦਾਂ ਆਪਾਂ ਮਾਮਾ ਕਹਿੰਦੇ ਆ, ਉੱਥੇ ਐਸਾ ਵਰਡ ਯੂਜ਼ ਕਰੋਗੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਵੱਡਾ ਮਾਮਾ ਹੈ ਛੋਟਾ ਮਾਮਾ ਹੈ। ਐਸਾ ਵਰਡ ਯੂਜ਼ ਕਰੋਗੇ ਵੀ ਜੇ ਚਾਚਾ ਕਹਿੰਦਾ ਤੁਹਾਨੂੰ ਪਤਾ ਲੱਗ ਵੀ ਕਿੱਦਾਂ ਕਿਹੜਾ ਚਾਚਾ ਆ, ਪਹਿਲੇ ਨੰਬਰ ਵਾਲਾ ਚਾਚਾ ਆ ਜਾਂ ਖੀਰ ਵਾਲਾ ਚਾਚਾ, ਵੱਡਾ ਚਾਚਾ, ਛੋਟਾ ਚਾਚਾ। ਐਸੇ ਸ਼ਬਦ ਨੇ ਅਬਰਾਨੀਆਂ ਦੇ ਵਿੱਚ ਵੀ ਜਿਹਦੇ ਨਾਲ ਬਹੁਤ ਗਹਿਰਾਈ ਦੇ ਵਿੱਚ ਜਾ ਕੇ ਸਮਝਾਇਆ ਜਾ ਸਕਦਾ ਜਾਂ ਤੁਸੀਂ ਸਮਝ ਸਕਦੇ ਹੋ। ਤਾਂ ਹੀ ਜਿੰਨੇ ਵੀ ਤਰਜਮੇ ਹੋਏ ਨੇ ਪ੍ਰਾਪਤ ਬਣੋ, ਜਦ ਆਪਾਂ ਪੜ੍ਹ ਕੇ ਗਏ ਹੈਗੇ ਆ ਪਹਿਲਾਂ ਵੀ ਟੋਟਲ ਤਕਰੀਬਨ 4,500 ਤਰਜਮੇ ਹੋਏ ਨੇ। ਤੇ ਇਹ ਜਿਹੜੇ ਤਰਜਮੇ ਹੋਏ ਨੇ ਇਹ ਸਿੱਧੇ ਓਰੀਜਨਲ ਤੋਂ ਲੈ ਗਏ ਨੇ। ਆਏ ਨਹੀਂ ਗਾ ਵੀ ਚਲੋ ਹੁਣ ਅੰਗਰੇਜ਼ੀ ਦੀ ਬਣ ਗਿਆ ਵੀ ਹੁਣ ਅੰਗਰੇਜ਼ੀ ਤੋਂ ਗਾਹਾਂ ਪੰਜਾਬੀ ਕੱਢ ਲਓ, ਤੇ ਗਾਹਾਂ ਪੰਜਾਬੀ ਤੋਂ ਗਾਹਾਂ ਹਿੰਦੀ ਕੱਢ ਲਓ, ਤੇ ਗਾਹਾਂ ਹਿੰਦੀ ਤੋਂ ਗਾਹਾਂ ਦੂਜੀ ਕੱਢ ਲਓ। ਨਹੀਂ, ਇੱਦਾਂ ਉਹਦਾ ਮੈਸੇਜ ਚੇਂਜ ਹੋ ਸਕਦਾ ਹੈ। ਤਾਂ ਹੀ ਜਿਹੜੇ ਸਕੋਲਰਸ ਹੈਗੇ ਨੇ ਉਹ ਕੀ ਕਰਦੇ ਨੇ, ਉਹ ਜਦੋਂ ਤਰਜਮਾ ਕਰਨਾ ਹੁੰਦਾ ਉਹ ਤਰਜਮਾ ਕਰਦੇ ਨੇ ਸਿੱਧਾ ਓਰੀਜਨਲ ਦਾ, ਉਸ ਬਾਈਬਲ ਦਾ ਜਿਹੜੀ ਓਰੀਜਨਲ ਬਾਈਬਲ ਆ, ਜਿਹੜੀ ਗ੍ਰੀਕ ਦੇ ਵਿੱਚ, ਅਬਰਾਨੀਆਂ ਦੇ ਵਿੱਚ, ਅਰਾਮੇਓ ਦੇ ਵਿੱਚ ਲਿਖੀ ਗਈ ਆ। ਤੇ ਤਾਂ ਹੀ ਬਹੁਤ ਸਾਰੇ ਜਿਹੜੇ ਸਕੋਲਰਸ ਹੈਗੇ ਨੇ ਜਿਨ੍ਹਾਂ ਨੇ ਅਬਰਾਨੀਆਂ ਦੀ ਭਾਸ਼ਾ ਪੜ੍ਹੀ ਆ, ਫਿਰ ਪੰਜਾਬੀ ਪੜ੍ਹੀ ਆ, ਫਿਰ ਅਬਰਾਨੀਆਂ ਦੀ ਪੜ੍ਹ ਕੇ ਫਿਰ ਉਹਨਾਂ ਨੇ ਪੰਜਾਬੀ 'ਚ ਲਿਖਣ ਦੀ ਕੋਸ਼ਿਸ਼ ਕੀਤੀ ਹੈ, ਤਾਂ ਕਿ ਜਿਹੜੀ ਆਪਣੀਆਂ ਪੰਜਾਬੀ ਦੀਆਂ ਬਾਈਬਲਾਂ ਨੇ ਉਹ ਵੀ ਅਬਰਾਨੀਆਂ ਤੋਂ ਤੇ ਗ੍ਰੀਕ ਤੋਂ ਤੇ ਅਰਾਮੇਆ ਤੋਂ ਲਿਖੀਆਂ ਗਈਆਂ ਹੈਗੀਆਂ। ਆਮੇਨ। ਪ੍ਰਭੂ ਬਣਾ ਇਸ ਬਾਈਬਲ ਦੇ ਵਾਸਤੇ ਜਾਨਾਂ ਦੀਆਂ ਜਾਨਾਂ ਲੱਗੀਆਂ, ਦੇਸ਼ਾਂ ਦੇ ਦੇਸ਼ ਲੱਗ ਗਏ, ਜਾਣੀ ਕਿ ਸਾਰੀ ਦੁਨੀਆ ਪਰਮੇਸ਼ਰ ਨੇ ਹਿਲਾਤੀ ਤਾਂ ਕਿ ਬਾਈਬਲਾਂ ਆਪਣੇ ਹੱਥਾਂ ਦੇ ਵਿੱਚ ਪਹੁੰਚ ਸਕਣ ਤੇ ਆਪਾਂ ਨੂੰ ਪੜ੍ਹ ਸਕੀਏ ਤੇ ਪ੍ਰਾਪਤ ਕਰ ਸਕੀਏ। ਸੋ ਜਦੋਂ ਆਪਾਂ ਗੱਲ ਕਰਦੇ ਹਾਂ ਓਲਡ ਟੈਸਟਾਮੈਂਟ, ਬਾਈਬਲ ਦੇ 2 ਮੇਨ ਹਿੱਸੇ ਨੇ, ਓਲਡ ਟੈਸਟਾਮੈਂਟ ਤੇ ਨਿਊ ਟੈਸਟਾਮੈਂਟ, ਯਾਨੀ ਕਿ ਪੁਰਾਣਾ ਨੇਮ ਤੇ ਨਇਆ ਨੇਮ। ਆਮੇਨ। ਪੁਰਾਣੇ ਨੇਮ ਦੇ ਵਿੱਚ ਓਲਡ ਟੈਸਟਾਮੈਂਟ ਵਿੱਚ 39 ਕਿਤਾਬਾਂ ਨੇ, ਨਵੇਂ ਨੇਮ ਦੇ ਵਿੱਚ 27 ਕਿਤਾਬਾਂ ਨੇ। ਜਿਹੜੀ ਸਾਰੀ ਬਾਈਬਲ ਆ ਇਹ 40 ਸੰਤਾਂ ਨੇ ਲਿਖੀ ਆ। ਆਮੇਨ। ਆਪਾਂ ਗੁਰੂ ਵੀ ਕਹਿ ਸਕਦੇ ਹਾਂ 40 ਬੰਦਿਆਂ ਨੇ ਲਿਖੀ ਆ, ਪਵਿੱਤਰ ਮਨੁੱਖ ਸੀਗੇ, ਲੇਕਿਨ ਉਹਨਾਂ 40 ਨੇ ਕਹਿ ਲਓ ਕਿ ਆਪ ਨਹੀਂ ਲਿਖੀ, ਉਹ 40 ਦੇ 40 ਪਵਿੱਤਰ ਆਤਮਾ ਵੱਲੋਂ ਇੰਸਪਾਇਰ ਕੀਤੇ ਗਏ ਸੀ। ਇੰਸਪਾਇਰ ਦਾ ਮਤਲਬ ਵੱਖਰਾ ਆ। ਇੰਸਪਾਇਰ ਦਾ ਮਤਲਬ ਆ ਨਹੀਂਗਾ ਵੀ ਕੋਈ ਦੂਤ ਤੁਹਾਡੇ ਕੋਲ ਆ ਗਿਆ, ਦੂਤ ਬੋਲੀ ਜਾ ਰਿਹਾ ਤੇ ਤੁਸੀਂ ਲਿਖੀ ਚਲੋ ਹਾਂਜੀ ਹਾਂ ਕੀ ਆਖਿਆ ਜੀ, ਹਾਂ ਓਕੇ ਜੀ, ਹਾਂ ਕੀ ਆਖਿਆ ਜੀ, ਓਕੇ। ਹਾਂ, ਇਹ ਇੰਸਪਾਇਰ ਨਹੀਂ। ਇੰਸਪਾਇਰ ਦਾ ਮਤਲਬ ਆ ਵੀ ਮੈਂ ਤੁਹਾਨੂੰ ਸਮੋਸਾ ਖਿਲਾ ਦਿਆਂ, ਤੁਸੀਂ ਸਮੋਸਾ ਖਾ ਕੇ ਫਿਰ ਪੈਨ ਫੜ ਲਓ ਆਪਣੇ ਹੱਥ ਵਿੱਚ ਤੇ ਫਿਰ ਪੈਨ ਨਾਲ ਲਿਖੋ। ਕਰੰਚੀ ਸੀਗਾ ਜੀ, ਮਿਰਚ ਬਹੁਤ ਵਧੀਆ ਸੀ, ਵਿੱਚ ਥੋੜਾ ਜੀਰੇ ਦਾ ਵੀ ਸਵਾਦ ਆਉਂਦਾ ਸੀ, ਕਾਫੀ ਵਧੀਆ ਸੀ, ਢਿੱਡ ਭਰ ਗਿਆ। ਜਾਂ ਛੋਟਾ ਸੀ, ਮੈਂ ਕਹਿੰਦਾ ਖਾ ਕੇ ਫਿਰ ਤੁਸੀਂ ਇੰਸਪੀਰੇਸ਼ਨ ਨਾਲ, ਪਵਿੱਤਰ ਆਤਮਾ ਦੀ ਇੰਸਪੀਰੇਸ਼ਨ ਨਾਲ, ਪਵਿੱਤਰ ਆਤਮਾ ਨੇ ਜਿਹੜੇ ਭੇਦ ਖੋਲੇ ਨੇ, ਫਿਰ ਤੁਸੀਂ ਉਸ ਸਮੋਸਾ ਖਾ ਕੇ ਉਹ ਜਿਹੜੇ ਭੇਦ ਖੁੱਲੇ ਥੋੜੇ, ਫਿਰ ਤੁਸੀਂ ਲਿਖਦੇ ਹੈਗੇ ਹੋ ਪਵਿੱਤਰ ਆਤਮਾ ਦੀ ਇੰਸਪੀਰੇਸ਼ਨ ਦੇ ਨਾਲ ਵੀ ਇੱਦਾਂ ਦਾ ਸੀ। ਮੈਂ ਉਸੇ ਤਰ੍ਹਾਂ ਪਰਮੇਸ਼ਰ ਦਾ ਸ਼ਬਦ ਇਹਨਾਂ ਸੰਤਾਂ ਉੱਤੇ ਆਇਆ, ਇਹ 40 ਮਨੁੱਖਾਂ ਉੱਤੇ ਆਇਆ ਤੇ ਇਹਨਾਂ ਨੇ ਪਵਿੱਤਰ ਆਤਮਾ ਦੀ ਗਿਆਨ ਦੇ ਨਾਲ, ਪਵਿੱਤਰ ਆਤਮਾ ਦੀ ਸਮਝ ਦੇ ਨਾਲ ਉਹਨੂੰ ਐਕਸਪੀਰੀਅੰਸ ਕਰਕੇ ਲਿਖਿਆ ਪ੍ਰਾਪਤ ਪੜਾਓ ਪਰਮੇਸ਼ਰ ਦੇ ਵਚਨ ਦੇ ਵਿੱਚ। ਸੋ 66 ਕਿਤਾਬਾਂ
ਉਹਨਾਂ ਨੇ ਲਿਖੀਆਂ ਨੇ। ਇਹ 66 ਕਿਤਾਬਾਂ ਜਿਹੜੀਆਂ ਹੈਗੀਆਂ ਨੇ, ਜਿਹੜਾ ਮਨੁੱਖ ਇਹਨਾਂ ਨੂੰ ਪੜ੍ਹਦਾ ਆ ਉਹ ਤਿਆਰ ਕੀਤਾ ਜਾਂਦਾ ਹੈ ਪ੍ਰਭੂ ਦੇ ਭੈਣੋ ਸਵਰਗ ਜਾਣ ਦੇ ਵਾਸਤੇ। ਆਮੇਨ। ਹਰ ਚੀਜ਼ ਦਾ ਮੈਨੂ ਤੁਹਾਨੂੰ ਮਿਲੇਗਾ। ਤੁਹਾਡੀ ਗੱਡੀ ਦਾ ਮੈਨੂ ਹੁੰਦਾ ਆ ਤੇ ਫਿਰ ਤੁਹਾਡੇ ਫੋਨਾਂ ਦਾ ਵੀ ਮੈਨੂ ਹੁੰਦਾ, ਤੁਹਾਡੇ ਟੀਵੀ ਦਾ ਵੀ ਮੈਨੂ ਹੁੰਦਾ, ਤੁਹਾਡੇ ਘਰ ਦੇ ਵਿੱਚ ਜੋ ਵੀ ਇਲੈਕਟ੍ਰੋਨਿਕਸ ਯੂਜ਼ ਕਰਦੇ ਮੈਨੂ ਹੁੰਦਾ। ਤੇ ਪਰਮੇਸ਼ਰ ਨੇ ਇਨਸਾਨ ਨੂੰ ਵੀ ਇੱਕ ਮੈਨੂ ਦਿੱਤਾ ਹੈਗਾ ਆ, ਜਿਹਨੂੰ ਆਪਾਂ ਪੜ੍ਹ ਸਕਦੇ ਹਾਂ। ਪੜ੍ਹ ਕੇ ਆਪਾਂ ਕਿੱਦਾਂ ਦੀ ਜ਼ਿੰਦਗੀ ਬਤੀਤ ਕਰਨੀ ਆ, ਕਿਸ ਤਰ੍ਹਾਂ ਦੀ ਜ਼ਿੰਦਗੀ ਬਤੀਤ ਕਰਨੀ ਆ ਇੱਕ ਰਿਸ਼ਤੇ ਦੇ ਵਿੱਚ, ਕਿੱਦਾਂ ਦੀ ਜ਼ਿੰਦਗੀ ਬਤੀਤ ਕਰਨੀ ਆ ਪਰਿਵਾਰ ਦੇ ਵਿੱਚ, ਬੱਚਿਆਂ ਦੇ ਨਾਲ ਕਿੱਦਾਂ ਦੀ ਜ਼ਿੰਦਗੀ ਬਤੀਤ ਕਰਨੀ ਆ, ਫਾਈਨੈਂਸ ਦੇ ਵਿੱਚ ਕਿੱਦਾਂ ਦੀ ਜ਼ਿੰਦਗੀ ਬਤੀਤ ਕਰਨੀ ਆ, ਹੈ। ਤੇ ਉਹ ਤੋਂ ਬਾਅਦ ਗੌਰਮੈਂਟ ਨਾਲ ਆਪਾਂ ਕਿੱਦਾਂ ਦੀ ਜ਼ਿੰਦਗੀ ਬਤੀਤ ਕਰਨੀ ਆ, ਹੈ। ਕਿੱਥੇ ਆਪਾਂ ਖੜਨਾ ਆ, ਕਿੱਥੇ ਝੁਕਣਾ ਆ, ਕਿੱਥੇ ਅੜਨਾ ਆ, ਹੈ। ਕਿੱਥੇ ਹੰਬਲ ਹੋਣਾ ਆ, ਕਿੱਥੇ ਬੋਲਡ ਹੋ ਕੇ ਅੱਗੇ ਵਧਣਾ ਆ। ਇਹ ਸਾਰਾ ਕੁਝ ਇਸ ਬਾਈਬਲ ਵਿੱਚ ਲਿਖਿਆ ਗਿਆ ਪ੍ਰਭੂ ਦੇ ਭੈਣੋ। ਬਾਈਬਲ ਵਾਕਈ ਬੇਸਿਕ ਇਨਫੋਰਮੇਸ਼ਨ ਆ, ਬੇਸਿਕ ਇੰਸਟਰਕਸ਼ਨਸ ਨੇ ਬਿਫੋਰ ਲਿਵਿੰਗ ਅਰਥ। ਆਮੇਨ। ਪ੍ਰਭੂ ਦੇ ਭੈਣੋ ਬਹੁਤ ਵੱਡੀ ਬਰਕਤ ਹੈਗੀ ਆ ਇਸ ਵਚਨ ਦੇ ਵਿੱਚ। ਦੇਖਣ ਵਾਲੀ ਗੱਲ ਇਹ ਆ ਕਿ ਇਹ ਬਾਈਬਲ ਦਾ ਜਿਹੜਾ ਮੇਨ ਥੀਮ ਆ ਪਤਾ ਕੀ ਆ? ਯਿਸੂ ਮਸੀਹ। ਬਾਈਬਲ ਦੀ ਹਰ ਇੱਕ ਕਿਤਾਬ ਯਿਸੂ ਮਸੀਹ ਨੂੰ ਪੁਆਇੰਟ ਕਰਦੀ ਹੈ, ਯਿਸੂ ਮਸੀਹ ਵੱਲ ਨੂੰ ਇਸ਼ਾਰਾ ਕਰਦੀ ਆ। ਬਾਈਬਲ ਦਾ ਹਰ ਇੱਕ ਚੈਪਟਰ ਯਿਸੂ ਮਸੀਹ ਜੀ ਵੱਲ ਨੂੰ ਇਸ਼ਾਰਾ ਕਰਦਾ ਆ। ਬਾਈਬਲ ਦੀ ਹਰ ਇੱਕ ਕਹਾਣੀ ਯਿਸੂ ਮਸੀਹ ਜੀ ਵੱਲ ਨੂੰ ਇਸ਼ਾਰਾ ਕਰਦੀ ਆ। ਕਈ ਕਹਿੰਦੇ ਨੇ ਪੁਰਾਣਾ ਨੇਮ ਏਦਾਂ ਆ ਜਿਹੜਾ ਪ੍ਰਭੂ ਯਿਸੂ ਮਸੀਹ ਜੀ ਦੀ ਪਰਛਾਈ ਹੋਵੇ, ਨਵਾਂ ਨੇਮ ਪ੍ਰਭੂ ਯਿਸੂ ਮਸੀਹ ਜੀ ਖੁਦ। ਆਮੇਨ। ਸੋ ਪ੍ਰਭੂ ਦੇ ਭੈਣੋ ਉਹਦੀ ਪਰਛਾਈ ਨੂੰ ਦੇਖ ਕੇ, ਪ੍ਰਭੂ ਯਿਸੂ ਮਸੀਹ ਜੀ ਦੇ ਖੁਦ ਨੂੰ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਆ ਵੀ ਰੱਬ ਕਿਸ ਤਰ੍ਹਾਂ ਦਾ ਆ। ਕਈ ਲੋਕਾਂ ਨੇ ਬਾਈਬਲ ਪੜ੍ਹੀ, ਇੱਕ ਬੰਦਾ ਕਹਿ ਰਿਹਾ ਸੀਗਾ ਮੈਂ 13 ਵਾਰ ਬਾਈਬਲ ਪੜ੍ਹੀ, ਮੈਨੂੰ ਤਾਂ ਕੁਝ ਸਮਝ ਲੱਗਿਆ। ਜੇ ਤੁਸੀਂ ਬਾਈਬਲ ਪੜ੍ਹਦੇ ਹੋ ਬਾਈਬਲ ਨੂੰ ਜਾਣਨ ਦੇ ਵਾਸਤੇ ਉਹਨੂੰ ਕੁਝ ਨਹੀਂ ਪੱਲੇ ਪੈਣਾ, ਲੇਕਿਨ ਜੇ ਤੁਸੀਂ ਬਾਈਬਲ ਪੜ੍ਹਦੇ ਹੋ ਰੱਬ ਨੂੰ ਜਾਣਨ ਵਾਸਤੇ ਫਿਰ ਬਾਈਬਲ ਸਮਝ ਲੱਗੂਗੀ ਤੁਹਾਨੂੰ। ਬਾਈਬਲ ਨੂੰ ਪੜ੍ਹਨਾ ਆ, ਪਰਮੇਸ਼ਰ ਦੇ ਵਚਨ ਨੂੰ ਪੜ੍ਹਨਾ ਆ, ਬਾਈਬਲ ਨੂੰ ਜਾਣਨ ਵਾਸਤੇ ਨਹੀਂ, ਬਾਈਬਲ ਨੂੰ ਪੜ੍ਹਨਾ ਆ ਰੱਬ ਨੂੰ ਜਾਣਨ ਵਾਸਤੇ। ਉਦੋਂ ਫਿਰ ਆਪਾਂ ਨੂੰ ਬਰਕਤ ਆਉਂਦੀ ਹੈ। ਪ੍ਰਭੂ ਦੇ ਭੈਣੋ ਪ੍ਰਭੂ ਦਾ ਧੰਨਵਾਦ ਕਰਦੇ ਹੈਗੇ। ਪਰਮੇਸ਼ਰ ਦਾ ਵਚਨ ਕਹਿੰਦਾ ਆ, ਵਿੱਚ ਲਿਖਿਆ ਆ, ਮੈਨੂੰ ਯਾਦ ਆ ਕਿ ਮੇਰੇ ਪਾਸਟਰ ਜੀ ਹੁਣੇ ਕਹਿੰਦੇ ਸੀਗੇ ਬਾਈਬਲ ਨੂੰ ਪੜ੍ਹਨ ਦੇ ਨਾਲ ਤੁਸੀਂ ਗਿਆਨੀ ਬਣ ਜਾਓਗੇ, ਬਾਈਬਲ 'ਚ ਵਿਸ਼ਵਾਸ ਕਰਨ ਦੇ ਨਾਲ ਤੁਸੀਂ ਮੁਕਤ ਹੋ ਜਾਓਗੇ, ਤੇ ਬਾਈਬਲ ਨੂੰ ਜੀਣ ਦੇ ਨਾਲ ਤੁਸੀਂ ਸੰਤ ਬਣ ਜਾਓਗੇ। ਆਮੇਨ। ਸੋ ਪ੍ਰਭੂ ਦੇ ਭੈਣੋ ਬਾਈਬਲ ਵਿੱਚ ਬਹੁਤ ਵੱਡੀ ਬਰਕਤ ਆ। ਆਓ ਪੜ੍ਹੀਏ ਪਰਮੇਸ਼ਰ ਦੇ ਵਚਨ ਵਿੱਚ ਜਾਵਾਂਗੇ। ਫਿਰ ਚੜ੍ਹਦੇ ਨੇ ਪ੍ਰਕਾਸ਼ ਦੀ ਪੋਥੀ ਉਹਦਾ ਪਹਿਲਾ ਚੈਪਟਰ ਤੇ 3 ਵਰਸ ਪੜਾਂਗੇ। ਦੇਖੋ ਲਿਖਿਆ ਆ ਕਿ ਜਿਹੜੇ ਬਾਈਬਲ ਨੂੰ ਪੜ੍ਹਦੇ ਨੇ ਉਹ ਵੀ ਬਰਕਤ ਪ੍ਰਾਪਤ ਕਰਦੇ ਨੇ, ਜਿਹੜੇ ਬਾਈਬਲ ਨੂੰ ਸੁਣਦੇ ਨੇ ਉਹ ਵੀ ਬਰਕਤ ਪ੍ਰਾਪਤ ਕਰਦੇ ਨੇ, ਜਿਹੜੇ ਬਾਈਬਲ ਨੂੰ ਮੰਨਦੇ ਨੇ ਉਹ ਵੀ ਬਰਕਤ ਪ੍ਰਾਪਤ ਕਰਦੇ ਨੇ, ਤੇ ਜਿਹੜੇ ਬਾਈਬਲ ਤੇ ਚੱਲਦੇ ਨੇ ਉਹ ਵੀ ਬਰਕਤ ਪ੍ਰਾਪਤ ਕਰਦੇ ਨੇ। ਪੜਾਂਗੇ ਪ੍ਰਕਾਸ਼ ਦੀ ਪੋਥੀ ਉਹਦਾ ਪਹਿਲਾ ਚੈਪਟਰ 3 ਵਰਸ ਪੜਾਂਗੇ। ਜੀ ਹਾਂ। ਜੋ ਇਸ ਪ੍ਰਕਾਸ਼ ਨੂੰ ਪੜ੍ਹਦਾ ਅਤੇ ਉਹ ਵੀ ਜੋ ਇਸ ਰੱਬੀ ਅਗੰਮ ਗਿਆਨ ਨੂੰ ਸੁਣ ਕੇ ਇਸ ਵਿੱਚ ਲਿਖੇ ਅਨੁਸਾਰ ਚੱਲਦੇ ਹਨ, ਕਿਉਂਕਿ ਮਿਥਿਆ ਹੋਇਆ ਸਮਾਂ ਲਾਗੇ ਹੀ ਹੈ। ਹਾਲੇਲੂਇਆ। ਆਮੇਨ। ਸੋ ਧੰਨ ਹੈ ਉਹ ਮਨੁੱਖ ਜਿਹਨੂੰ ਪੜ੍ਹਦਾ ਆ। ਸਿਰਫ ਪੜ੍ਹਨ ਦੇ ਨਾਲ ਹੀ ਬਰਕਤ ਮਿਲ ਸਕਦੀ ਹੈ। ਇੱਕ ਐਸੀ ਕਿਤਾਬ ਹੈ ਜਿਹਨੂੰ ਸਿਰਫ ਪੜ੍ਹਨ ਦੇ ਨਾਲ ਹੀ ਤੁਹਾਨੂੰ ਬਰਕਤ ਮਿਲ ਜੇਗੀ। ਫਿਰ ਇੱਕ ਐਸੀ ਕਿਤਾਬ ਆ ਜਿਹਨੂੰ ਮੰਨਣ ਦੇ ਨਾਲ ਬਰਕਤ ਮਿਲਦੀ ਆ। ਇੱਕ ਐਸੀ ਕਿਤਾਬ ਆ ਜਿਹਦੇ ਤੇ ਚੱਲਣ ਦੇ ਨਾਲ ਬਰਕਤ ਮਿਲਦੀ ਆ। ਜ਼ਬਰਦਸਤ। ਯਸ਼ੂਆ ਨੇ ਵੀ ਕੁਛ ਏਦਾਂ ਲਿਖਿਆ ਆ, ਪੜਾਂਗੇ ਆਪਾਂ। ਯਸ਼ੂਆ ਚੈਪਟਰ 1 ਵਰਸ 8 ਦੇ ਵਿੱਚ ਜਾਵਾਂਗੇ। ਇਹ ਜਿਹੜਾ ਵਰਸ ਹੈਗਾ ਬੜਾ ਜ਼ਬਰਦਸਤ ਪੜਦਾ। ਪ੍ਰਭੂ ਤੇ ਭੈਣੋ ਜਿਸ ਇਨਸਾਨ ਨੇ ਇਸ ਬਾਈਬਲ ਦੇ ਵਿੱਚ ਲਿਖੇ ਮੁਤਾਬਿਕ ਆਪਣੀ ਜ਼ਿੰਦਗੀ ਬਤੀਤ ਕਰਨੀ ਸ਼ੁਰੂ ਕਰਤੀ, ਉਹ ਇਨਸਾਨ ਤਰੱਕੀ ਵੱਲ ਨੂੰ ਜਾਵੇਗਾ, ਉਹ ਇਨਸਾਨ ਬਰਕਤ ਵੱਲ ਨੂੰ ਜਾਵੇਗਾ। ਆਓ ਪੜ੍ਹੀਏ ਯਸ਼ੂਆ ਚੈਪਟਰ 1 ਵਰਸ 8। ਜੀ ਹਾਂ। ਵਿਵਸਥਾ ਦੀ ਪੋਥੀ ਦੀ ਕੋਈ ਗੱਲ ਤੇਰੇ ਮੂੰਹ ਤੋਂ ਦੂਰ ਨਾ ਹੋਵੇ, ਸਗੋਂ ਤੂੰ ਇਸ ਦੀ ਹਰ ਗੱਲ ਤੇ ਦਿਨ ਰਾਤ ਧਿਆਨ ਕਰਨਾ। ਤੂੰ ਆਪਣਾ ਹਰ ਕੰਮ ਇਸ ਵਿੱਚ ਲਿਖੇ ਅਨੁਸਾਰ ਕਰਨਾ, ਤਾਂ ਤੂੰ ਹਰ ਤਰ੍ਹਾਂ ਨਾਲ ਉન્નਤੀ ਕਰੇਗਾ ਅਤੇ ਆਪਣੇ ਹਰ ਕੰਮ ਵਿੱਚ ਪੂਰਨ ਸਫਲ ਹੋਵੇਂਗਾ। ਵਾਹ। ਸਫਲਤਾ, ਉન્નਤੀ। ਪ੍ਰਭੂ ਦੇ ਭੈਣੋ ਸਫਲਤਾ, ਉન્નਤੀ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖੀਆਂ ਹੋਈਆਂ ਨੇ। ਆਮੇਨ। ਜਿਹੜਾ ਇਨਸਾਨ ਪ੍ਰਭੂ ਦੇ ਵਚਨ ਨੂੰ ਪੜ੍ਹਦਾ ਆ, ਜਿਹੜਾ ਇਨਸਾਨ ਬਾਈਬਲ ਨੂੰ ਪੜ੍ਹਦਾ ਆ, ਉਹ ਸਫਲਤਾ ਤੇ ਰਾਹ ਤੇ ਜਾਵੇਗਾ, ਉન્નਤੀ ਤੇ ਰਾਹ ਤੇ ਜਾਵੇਗਾ। ਆਮੇਨ। ਇਹ ਪਰਮੇਸ਼ਰ ਦੇ ਬੋਲ ਨੇ। ਤੁਸੀਂ ਕੁਝ ਵੀ ਕਰ ਲਓ ਪ੍ਰਭੂ ਦੇ ਭੈਣੋ, ਲੇਕਿਨ ਜੇ ਸਫਲਤਾ ਚਾਹੁੰਦੇ ਆ, ਉન્નਤੀ ਚਾਹੁੰਦੇ ਹੋ, ਜੈਨੂਇਨ ਉન્નਤੀ ਚਾਹੁੰਦੇ ਹੋ, ਤਾਂ ਪਰਮੇਸ਼ਰ ਦਾ ਵਚਨ ਹੈ। ਆਮੇਨ। ਬਾਈਬਲ ਦੇ ਵਿੱਚ ਐਸੇ ਲੋਕ, ਐਸੇ ਮਨੁੱਖ ਜਿਹੜੇ ਬਿਲਕੁਲ ਅਨਪੜ੍ਹ ਲੋਕ ਸੀ, ਲੇਕਿਨ ਉਹਨਾਂ ਨੇ ਵਚਨ ਪੜ੍ਹਿਆ ਰੱਬ ਦਾ, ਉਹਨਾਂ ਨੇ ਪਰਮੇਸ਼ਰ ਦਾ ਵਚਨ ਆਪਣੇ ਦਿਲ ਵਿੱਚ, ਆਪਣੇ ਮਨ 'ਚ ਸੰਭਾਲ ਕੇ ਰੱਖਿਆ, ਉਹਨਾਂ ਨੇ ਐਸੀ ਉન્નਤੀ ਕੀਤੀ, ਐਸੀ ਬਰਕਤ ਪ੍ਰਾਪਤ ਕੀਤੀ ਪ੍ਰਭੂ ਦਾ ਕਿਸੇ ਹੋਰ ਨੇ ਕੀਤੀ ਨਾ ਹੋਵੇ। ਦਾਊਦ ਕਹਿੰਦਾ ਆ, ਮੈਂ ਤੇਰਾ ਵਚਨ ਆਪਣੇ ਦਿਲ ਵਿੱਚ ਸੰਭਾਲ ਕੇ ਰੱਖ ਲਿਆ ਆ ਤਾਂ ਕਿ ਮੈਂ ਤੇਰੇ ਖਿਲਾਫ ਪਾਪ ਨਾ ਕਰਾਂ।
ਆਮੇਨ। ਜਿਹੜਾ ਇਨਸਾਨ ਇਹਨਾਂ ਵਚਨਾਂ ਨੂੰ ਆਪਣੇ ਦਿਲ ਵਿੱਚ ਸੰਭਾਲ ਕੇ ਰੱਖੇਗਾ ਨਾ, ਉਹ ਪਾਪ ਨਹੀਂ ਕਰੇਗਾ, ਬਲਕਿ ਸੰਤ ਬਣ ਜਾਏਗਾ, ਪਵਿੱਤਰਤਾ ਦੇ ਵਿੱਚ ਵਧੇਗਾ ਤੇ ਉਹ ਪਰਮੇਸ਼ਰ ਦੇ ਦਰਸ਼ਨ ਕਰ ਸਕੇਗਾ, ਬਰਕਤਾਂ ਪ੍ਰਾਪਤ ਕਰ ਸਕੇਗਾ। ਆਮੇਨ। ਬੜੀ ਜ਼ਬਰਦਸਤ। ਹੁਣ ਕਈ ਭੈਣ ਭਰਾ ਕਈ ਵਾਰ ਕਹਿੰਦੇ ਨੇ, ਉਹ ਸਾਡਾ ਦਾਦਾ ਤਾਂ ਸਾਨੂੰ ਕੁਝ ਛੱਡ ਕੇ ਨਹੀਂ ਗਿਆ, ਸਾਡੇ ਪੜਦਾਦੇ ਵੀ ਨਹੀਂ ਸਾਨੂੰ ਕੁਝ ਛੱਡ ਕੇ ਗਏ, ਸਾਡਾ ਪਿਤਾ ਵੀ ਨਹੀਂ ਸਾਨੂੰ ਕੁਝ ਛੱਡ ਕੇ ਗਿਆ, ਸਾਡੇ ਕੋਲੇ ਕੁਝ ਵੀ ਨਹੀਂ ਗਾ, ਨਾ ਕੋਈ ਚੀਜ਼, ਕੋਈ ਟੈਸਟਾਮੈਂਟ ਨਹੀਂ ਲਿਖ ਕੇ ਗਿਆ। ਮੈਂ ਦੱਸਣਾ ਚਾਹੁੰਦਾ ਹਾਂ, ਆਪਣਾ ਸਵਰਗੀ ਪਿਤਾ ਸਾਨੂੰ 2 ਟੈਸਟਾਮੈਂਟ ਦੇ ਕੇ ਗਏ। ਸਵਰਗੀ ਪਿਤਾ ਇੱਕ ਓਲਡ ਟੈਸਟਾਮੈਂਟ ਦੇ ਕੇ ਗਿਆ, ਇੱਕ ਨਵਾਂ ਟੈਸਟਾਮੈਂਟ ਦੇ ਕੇ ਗਿਆ। ਇਹਨਾਂ ਟੈਸਟਾਮੈਂਟਾਂ ਵਿੱਚ ਪਤਾ ਕੀ ਆ, ਇਹਨਾਂ ਟੈਸਟਾਮੈਂਟਾਂ ਵਿੱਚ ਇਹਨਾਂ ਵਿੱਚ ਛੁਪੇ ਹੋਏ ਖਜ਼ਾਨੇ ਨੇ, ਇਹਦੇ ਵਿੱਚ ਬਰਕਤਾਂ ਨੇ, ਇਹਦੇ ਵਿੱਚ ਆਸ਼ੀਰਵਾਦ ਆ। ਮੁਕਤੀ ਕਿੱਦਾਂ ਪ੍ਰਾਪਤ ਕਰਨੀ ਆ, ਇਹਦੇ ਵਿੱਚ ਲਿਖਿਆ। ਹੀਲਿੰਗ ਕਿੱਦਾਂ ਪ੍ਰਾਪਤ ਕਰਨੀ ਆ, ਇਹਦੇ ਵਿੱਚ ਲਿਖਿਆ। ਖੁਸ਼ੀਆਂ ਕਿੱਦਾਂ ਪ੍ਰਾਪਤ ਕਰਨੀਆਂ, ਇਹਦੇ ਵਿੱਚ ਲਿਖਿਆ। ਆਪਣਾ ਸਵਰਗੀ ਪਿਤਾ ਕਿੰਨਾ ਧਿਆਨ ਰੱਖਦਾ ਆ ਆਪਾਂ ਨੂੰ ਪ੍ਰਾਪਤ ਕਰਨਾ। ਐਸੀ ਬਰਕਤ ਦੇ ਕੇ ਗਏ ਨੇ, ਐਸਾ ਟੈਸਟਾਮੈਂਟ ਦੇ ਕੇ ਗਿਆ ਆ, ਓਲਡ ਟੈਸਟਾਮੈਂਟ, ਨया ਟੈਸਟਾਮੈਂਟ। ਇਹਨਾਂ ਦੋਨਾਂ ਟੈਸਟਾਮੈਂਟ ਨੂੰ ਪੜ੍ਹ ਕੇ ਆਪਾਂ ਉਹ ਖਜ਼ਾਨੇ ਜਿਹੜੇ ਪਰਮੇਸ਼ਰ ਪਿਤਾ ਨੇ ਤਿਆਰ ਕੀਤੇ ਹੋਏ ਨੇ ਆਪਣੇ ਵਾਸਤੇ ਉਹ ਸਵੀਕਾਰ ਕਰ ਸਕਦੇ ਹੈਗੇ। ਆਮੇਨ। ਬਹੁਤ ਜ਼ਬਰਦਸਤ ਪ੍ਰਾਪਤ ਕਰੋ। ਪ੍ਰਭੂ ਦਾ ਵਚਨ ਆਪਾਂ ਨੂੰ ਕਲੀਅਰਲੀ ਦੱਸਦਾ ਹੈਗਾ ਆ ਕਿ ਪੜਾਂਗੇ ਆਪਾਂ ਜਰਮਾਇਆ ਚੈਪਟਰ 33 ਵਰਸ 3 ਦੇ ਵਿੱਚ ਜਾਵਾਂਗੇ। ਜਰਮਾਇਆ 33 ਦਾ 3ਰਾ ਵਰਸ। ਪ੍ਰਭੂ ਦਾ ਇਹਨਾਂ ਟੈਸਟਾਮੈਂਟਾਂ ਵਿੱਚ, ਇਹਨਾਂ ਖਜ਼ਾਨਿਆਂ ਦੇ ਵਿੱਚ, ਪਰਮੇਸ਼ਰ ਦੇ ਬਾਈਬਲ ਦੇ ਵਿੱਚ ਐਸੀਆਂ ਗੱਲਾਂ ਲਿਖੀਆਂ ਹੋਈਆਂ ਨੇ, ਐਸੇ ਖਜ਼ਾਨੇ ਲਿਖੇ ਹੋਏ ਨੇ, ਐਸੀ ਗਹਿਰਾਈ ਆ ਕਿ ਜਿਹੜਾ ਬੱਚੇ ਨੂੰ ਪੜ੍ਹਦਾ ਆ ਉਹ ਉਸ ਗਹਿਰਾਈ ਤੱਕ ਪਹੁੰਚ ਕੇ ਬਰਕਤਾਂ ਲੈ ਸਕਦਾ ਹੈ। ਆਓ ਪੜਾਂਗੇ ਜਰਮਾਇਆ 33 ਵਰਸ 3। ਪੁਕਾਰ ਤਾਂ ਮੈਂ ਤੈਨੂੰ ਉੱਤਰ ਦੇਵਾਂਗਾ, ਮੈਂ ਤੈਨੂੰ ਅਦਭੁਤ ਅਤੇ ਮਹਾਨ ਗੱਲਾਂ ਦੱਸਾਂਗਾ ਜਿਨ੍ਹਾਂ ਬਾਰੇ ਤੂੰ ਕੁਝ ਜਾਣਦਾ ਹੀ ਨਹੀਂ। ਐਸੀਆਂ ਗੱਲਾਂ, ਅਦਭੁਤ ਗੱਲਾਂ, ਐਸੀਆਂ ਸੀਕ੍ਰੇਟ ਗੱਲਾਂ, ਐਸੀਆਂ ਗਹਿਰੀਆਂ ਗੱਲਾਂ, ਐਸੀਆਂ ਡੂੰਘੀਆਂ ਗੱਲਾਂ, ਰੱਬ ਦੀਆਂ ਗੱਲਾਂ, ਡਿਵਾਈਨ ਗੱਲਾਂ, ਪਰਮੇਸ਼ਰ ਦੀਆਂ, ਜਿਹੜੇ ਆਪਾਂ ਜਾਣਦੇ ਨਹੀਂ, ਆਪਾਂ ਸਿੱਖਿਆ ਹੀ ਨਹੀਂ, ਆਪਾਂ ਨੂੰ ਸਿਖਾਈਆਂ ਹੀ ਨਹੀਂ ਗਈਆਂ, ਉਹ ਰੱਬ ਤੁਹਾਨੂੰ ਦੱਸੇਗਾ। ਜਦੋਂ ਤੁਸੀਂ ਪਰਮੇਸ਼ਰ ਦੇ ਲਿਖੇ ਹੋਏ ਵਚਨਾਂ ਦੇ ਗਹਿਰਾਈ 'ਚ ਜਾਓਗੇ ਤੇ ਉਹਦੇ ਭੇਦ ਖੁੱਲਣਗੇ ਤੁਹਾਡੇ ਵਾਸਤੇ, ਤਾਂ ਕਿ ਤੁਸੀਂ ਉਹ ਸਾਰਾ ਚਾਨਣ ਸਵਰਗੀ ਪ੍ਰਾਪਤ ਕਰ ਸਕੋ ਜਿਹੜਾ ਤੁਹਾਨੂੰ ਨਜ਼ਰ ਆਵੇਗਾ। ਮੈਂ ਇੱਕ ਐਸੀ ਕਿਤਾਬ ਆ ਪ੍ਰਾਪਤ ਕਰੋ ਜਿਹੜਾ ਸਵਰਗ ਖੋਲ ਦਿੰਦੀ ਹੈ ਤੁਹਾਡੇ ਉੱਤੇ। ਮੈਂ ਇੱਕ ਐਸੀ ਕਿਤਾਬ ਆ ਜਿਹੜੀ ਤੁਹਾਨੂੰ ਐਸੇ ਸਮੁੰਦਰਾਂ ਦੀ ਗਹਿਰਾਈਆਂ 'ਚ ਲੈ ਜਾਂਦੀ ਹੈ ਰੱਬ ਦੇ ਕਿ ਤੁਸੀਂ ਹੈਰਾਨ ਹੋ ਜਾਂਦੇ ਹੋ। ਮੈਂ ਇਹ ਬਹੁਤ ਬਰਕਤ ਵਾਲੀ ਕਿਤਾਬ। ਮੈਂ ਦੱਸਣਾ ਚਾਹਾਂਗਾ, ਇਹ ਕਿਤਾਬ ਤਾਂ ਹੀ ਨਹੀਂ ਜੀ, ਇਹ ਕਿਤਾਬ ਨਹੀਂ ਗੀ, ਇਹ ਕਿਤਾਬ ਨਹੀਂ ਗੀ, ਨਹੀਂ, ਬਾਈਬਲ ਕਿਤਾਬ ਨਹੀਂ ਗੀ। ਬਾਈਬਲ ਰੋਟੀ ਹੈ, ਇਹ ਰੋਟੀ ਹੈ, ਇਹ ਖੁਰਾਕ ਹੈ। ਰੋਟੀ ਇਹ ਰੂਹ ਦੀ ਖੁਰਾਕ ਆ। ਆਪਣਾ ਰੂਹ 'ਚ ਜਨਮ ਹੋਇਆ ਆ ਕਿਉਂਕਿ ਆਪਾਂ ਪ੍ਰਭੂ ਯਿਸੂ ਮਸੀਹ ਨੂੰ ਸਵੀਕਾਰ ਕੀਤਾ ਆ ਤੇ ਉਹਨੂੰ ਮੁਕਤੀਦਾਤਾ ਮੰਨਿਆ ਆ। ਤੇ ਜਿਹੜਾ ਇਨਸਾਨ ਪ੍ਰਭੂ ਯਿਸੂ ਨੂੰ ਮੁਕਤੀਦਾਤਾ ਬਣਦਾ, ਉਹਦੀ ਰੂਹ ਜਿਉਂਦਾ ਹੋ ਜਾਂਦੀ ਆ। ਉਹ ਤੋਂ ਬਾਅਦ ਹੁਣ ਉਸ ਦੀ ਰੂਹ ਨੂੰ ਖੁਰਾਕ ਚਾਹੀਦੀ ਆ। ਇਹ ਆਤਮਿਕ ਖੁਰਾਕ ਆ ਬਾਈਬਲ। ਜੋ ਆਪਾਂ ਨੂੰ ਪੜ੍ਹਦੇ ਆ, ਜੋ ਆਪਾਂ ਪੜ੍ਹਦੇ ਆ, ਮੈਂ ਹਮੇਸ਼ਾ ਕਹਿੰਦਾ ਹੁੰਦਾ ਵੀ ਦੇਖੋ, ਬਹੁਤ ਦਫਾ ਆਪਾਂ ਆਲੂ ਦੇ ਪਰੌਂਠੇ ਖਾਂਦੇ ਆ। ਬਾਰ-ਬਾਰ ਖਾਣ ਦੀ ਕੀ ਲੋੜ ਆ? ਤੁਸੀਂ ਕਹਿੰਦੇ ਮੈਨੂੰ ਤਾਂ ਟੇਸਟ ਪਤਾ ਲੱਗ ਗਿਆ ਇਹਦਾ, ਬਾਰ-ਬਾਰ ਖਾਣ ਦੀ ਕੀ ਲੋੜ ਆ? ਮੈਂ ਰੋਜ਼-ਰੋਜ਼ ਪਰੌਂਠੇ ਖਾਣ ਦੀ ਕੀ ਲੋੜ ਆ? ਰੋਜ਼-ਰੋਜ਼ ਪੂਰੀਆਂ ਖਾਣ ਦੀ ਕੀ ਲੋੜ ਆ? ਰੋਜ਼-ਰੋਜ਼ ਛੋਲੇ ਭਟੂਰੇ ਖਾਣ ਦੀ ਕੀ ਲੋੜ ਆ? ਸਵਾਦ ਤਾਂ ਪਤਾ ਲੱਗ ਗਿਆ, ਲੇਕਿਨ ਪ੍ਰਭੂ ਦੇ ਮੇਰਾ ਇਹ ਖੁਰਾਕ ਆ, ਇਹ ਖਾਣਾ ਆ, ਇਹ ਆਪਾਂ ਨੂੰ ਤੰਦਰੁਸਤੀ ਦਿੰਦੇ ਨੇ, ਇਹ ਆਪਾਂ ਨੂੰ ਕਹਿ ਲਓ ਕਿ ਖੁਰਾਕ ਮਿਲਦੀ ਆ ਆਪਣੇ ਸਰੀਰ ਨੂੰ। ਉਸ ਤਰ੍ਹਾਂ ਬਾਈਬਲ ਜਿਹੜੀ ਆ ਕੋਈ ਬੁੱਕ ਨਹੀਂ ਗੀ, ਪੜ੍ਹ ਲਈ ਇੱਕ ਸਟੋਰੀ, ਹਾਂਜੀ ਪਤਾ ਲੱਗੀ ਜੀ ਸਟੋਰੀ, ਮੈਨੂੰ ਪਤਾ ਲੱਗੀ ਸਟੋਰੀ ਜੀ ਇੱਦਾਂ ਕਰਕੇ ਸ਼ੁਰੂ, ਇੱਦਾਂ ਕਰਕੇ ਐਂਡ ਆ। ਇਹ ਬਾਈਬਲ ਹੈ ਹੀ ਨਹੀਂ, ਬਾਈਬਲ ਇਹ ਬੁੱਕ ਹੈ ਹੀ ਨਹੀਂ ਕੋਈ। ਇਹ ਰੋਟੀ ਆ, ਸਵਰਗੀ ਰੋਟੀ ਹੈ, ਖੁਰਾਕ ਆ, ਆਪਣੀ ਰੂਹ ਦੀ ਖੁਰਾਕ ਆ। ਇਹਨੂੰ ਬਾਰ-ਬਾਰ ਪੜੋ, ਬਾਰ-ਬਾਰ ਪੜੋ। ਜਿੰਨੀ ਵਾਰ ਵੀ ਪੜੋਗੇ ਉਨੀ ਵਾਰੀ ਤੁਹਾਨੂੰ ਖੁਰਾਕ ਦੇਗੀ ਤੇ ਉਨੀ ਵਾਰੀ ਤੁਹਾਨੂੰ ਤਕੜਾ ਕਰੂਗੀ, ਉਨੀ ਵਾਰੀ ਤੁਹਾਨੂੰ ਮਜ਼ਬੂਤ ਕਰੂਗੀ। ਬਹੁਤ ਵੱਡੀ ਬਰਕਤ ਪ੍ਰਾਪਤ ਕਰੋ। ਇਹ ਬਾਈਬਲ ਨੂੰ ਲਿਖਣ ਦੇ ਵਾਸਤੇ ਲੋਕਾਂ ਦੀਆਂ ਜਾਨਾਂ ਤੱਕ ਗਈਆਂ ਨੇ। ਪ੍ਰਾਪਤ ਕਰੋ, ਰੱਬ ਨੇ ਸਾਲਾਂ ਦੇ ਸਾਲ, ਸੈਂਚਰੀਜ਼, ਸਦੀਆਂ ਦੀਆਂ ਸਦੀਆਂ ਲੱਗੀਆਂ ਨੇ ਬਾਈਬਲ ਨੂੰ ਇਕੱਠੀ ਕਰਕੇ ਤੁਹਾਡੇ ਹੱਥ ਤੱਕ ਪਹੁੰਚਾਉਣ ਦੇ ਵਾਸਤੇ। ਆਪਾਂ ਕਈ ਵਾਰੀ ਖੋਲਦੇ ਵੀ ਨਹੀਂ। ਪਰਮੇਸ਼ਰ ਦਾ ਵਚਨ ਕਹਿੰਦਾ ਆ, ਪੜਾਂਗੇ ਆਪਾਂ 2 Timothy chapter 3 verse 16 ਕਿ ਇਹ ਜਿਹੜਾ ਵਚਨ ਹੈ ਇਹ ਪਰਮੇਸ਼ਰ ਦੇ ਵੱਲੋਂ ਲਿਖਿਆ ਗਿਆ ਆ। ਇਹ ਬਾਈਬਲ ਪਵਿੱਤਰ ਆਤਮਾ ਵੱਲੋਂ ਇੰਸਪਾਇਰ ਕੀਤੀ ਗਈ ਆ। ਇਹਦੇ ਹਰ ਚੈਪਟਰ ਦੇ ਵਿੱਚ, ਇਹਦੀ ਹਰ ਕਿਤਾਬ ਦੇ ਵਿੱਚ ਪ੍ਰਭੂ ਯਿਸੂ ਮਸੀਹ ਜੀ ਦੇ ਰੰਗ ਨਜ਼ਰ ਆਉਂਦੇ ਨੇ। ਇਹ ਪ੍ਰਭੂ ਯਿਸੂ ਮਸੀਹ ਜੀ ਵੱਲੋਂ ਇਸ਼ਾਰਾ ਕਰਦੀ ਆ। ਇਹਦਾ ਹਰ ਚੈਪਟਰ ਯਿਸੂ ਵੱਲੋਂ ਇਸ਼ਾਰਾ ਕਰਦਾ ਆ। ਇਹਦਾ ਹਰ ਕਿਤਾਬ ਯਿਸੂ ਵੱਲੋਂ ਇਸ਼ਾਰਾ ਕਰਦੀ ਆ। ਇਹਦੀ ਹਰ ਕਹਾਣੀ ਪ੍ਰਭੂ ਯਿਸੂ ਵੱਲੋਂ ਇਸ਼ਾਰਾ ਕਰਦੀ ਆ। ਲੇਕਿਨ ਇਹ ਪਵਿੱਤਰ ਆਤਮਾ ਵੱਲੋਂ ਲਿਖੀ ਗਈ ਆ। ਪਵਿੱਤਰ ਆਤਮਾ ਨੇ ਇੰਸਪਾਇਰ ਕੀਤਾ ਹੈ ਇਹਨੂੰ ਲਿਖਣ ਦੇ ਵਾਸਤੇ।
ਆਮੇਨ। ਦੇਖਣ ਵਾਲੀ ਗੱਲ ਹੈਗੀ ਆ 66 ਕਿਤਾਬਾਂ ਦੇ ਵਿੱਚ ਪ੍ਰਭੂ ਯਿਸੂ ਮਸੀਹ ਜੀ ਬਾਰੇ ਲਿਖਿਆ ਗਿਆ ਹੈ ਤੇ ਪ੍ਰਭੂ ਯਿਸੂ ਮਸੀਹ ਜੀ ਨੇ ਕੁਝ ਵੀ ਨਹੀਂ ਲਿਖਿਆ ਆਪਣੇ ਹੱਥ ਦੇ ਨਾਲ। ਆਪਣੇ ਬਾਰੇ ਤਾਂ ਕੋਈ ਵੀ ਲਿਖ ਲੂ, ਆਪਣੇ ਬਾਰੇ ਤਾਂ ਕੋਈ ਵੀ ਲਿਖ ਲੂ। ਬਰਕਤ ਉਦੋਂ ਜਦੋਂ ਦੂਜੇ ਲਿਖਣ ਤੁਹਾਡੇ ਬਾਰੇ। ਪ੍ਰਭੂ ਦੇ ਉਹਨਾਂ ਬਹੁਤ ਸਾਰੀਆਂ ਧਾਰਮਿਕ ਕਿਤਾਬਾਂ ਹੈਗੀਆਂ ਨੇ, ਜਿਹੜੀਆਂ ਧਾਰਮਿਕ ਕਿਤਾਬਾਂ ਉਹਨਾਂ ਨੇ ਆਪ ਲਿਖੀਆਂ ਨੇ ਆਪਣੇ ਹੱਥ ਵਿੱਚ, ਆਪਣੇ ਹੱਥਾਂ ਦੇ ਨਾਲ, ਤੇ ਆਪਣੀਆਂ ਕਿਤਾਬਾਂ ਆਪ ਹੀ ਆਪਣੇ ਹੱਥਾਂ ਨਾਲ ਲਿਖ ਕੇ ਤੇ ਉਹ ਚਾਹੁੰਦੇ ਨੇ ਕਿ ਉਹਨਾਂ ਨੂੰ ਹੀ ਪੂਜਿਆ ਜਾਵੇ ਜਾਂ ਉਹਨਾਂ ਨੂੰ ਮੰਨਿਆ ਜਾਵੇ, ਲੇਕਿਨ ਨਹੀਂ। ਪ੍ਰਭੂ ਦੇ ਪਰਮੇਸ਼ਰ ਦਾ ਵਚਨ ਆਪਾਂ ਨੂੰ ਦੱਸਦਾ ਆ ਕਿ ਪ੍ਰਭੂ ਯਿਸੂ ਮਸੀਹ ਨੇ ਕੁਝ ਨਹੀਂ ਲਿਖਿਆ, ਲੇਕਿਨ 66 ਕਿਤਾਬਾਂ 'ਚ 40 ਸੰਤਾਂ ਨੇ ਜਾਂ 40 ਗੁਰੂਆਂ ਨੇ ਜੋ ਕੁਝ ਵੀ ਲਿਖਿਆ ਆ ਉਹ ਇਸ ਪ੍ਰਭੂ ਯਿਸੂ ਮਸੀਹ ਜੀ ਬਾਰੇ ਲਿਖਿਆ ਕਿ ਇਹਨੂੰ ਪਛਾਣੋ, ਇਹਨੂੰ ਜਾਣੋ, ਇਹ ਕੌਣ ਆ। ਇਹ ਪਰਮੇਸ਼ਰ ਸਾਡੇ ਨਾਲ ਆ। ਇਹ ਉਹ ਸ਼ਬਦ ਆ ਜਿਹੜਾ ਦੇਹ ਧਾਰ ਕੇ ਸਾਡੇ ਨਾਲ ਆ ਗਿਆ। ਸ਼ਬਦ ਦੇਹ ਧਾਰੀ ਹੋਇਆ, ਇਹਦੇ ਬਾਰੇ ਦੱਸਿਆ ਗਿਆ ਹੈ ਇਸ ਵਚਨ ਦੇ ਵਿੱਚ। ਯਾਨੀ ਕਿ ਰੱਬ ਇਨਸਾਨ ਬਣ ਕੇ ਧਰਤੀ ਤੇ ਆਇਆ ਤੇ ਕਿੱਦਾਂ ਹੁਣ ਤੁਹਾਡੇ ਦਿਲ ਵਿੱਚ ਆ ਸਕਦਾ, ਤੁਹਾਨੂੰ ਬਰਕਤ ਦੇ ਸਕਦਾ, ਇਹ ਲਿਖਿਆ ਗਿਆ ਹੈ ਇਹਦੇ ਵਿੱਚ। ਜਦੋਂ ਬਾਈਬਲ ਪੜ੍ਹਦੇ ਆਪਾਂ ਪੜਾਂਗੇ 2 ਤਿਮੋਥੀ ਚੈਪਟਰ 3 ਵਰਸ 16 ਪੜਾਂਗੇ। ਜੀ ਹਾਂ, ਸਾਰੀ ਲਿਖਤ ਪਰਮੇਸ਼ਰ ਦੇ ਆਤਮਾ ਤੋਂ ਹੈ ਅਤੇ ਸਿੱਖਿਆ, ਤਾੜਨ, ਸੁਧਾਰਨ ਅਤੇ ਧਰਮ ਦੇ ਗਝਾਉਣ ਲਈ ਗੁਣਕਾਰ ਹੈ। ਵਾਹ, ਪਰਮੇਸ਼ਰ ਦੇ ਸ਼ਬਦ, ਬਾਈਬਲ ਜਿਹੜੀ ਹੈਗੀ ਆ ਉਹਦੇ ਵਿੱਚ ਪਰਮੇਸ਼ਰ ਦੀ ਆਵਾਜ਼ ਛੁਪੀ ਹੋਈ ਆ। ਜਦੋਂ ਤੁਸੀਂ ਬਾਈਬਲ ਪੜ੍ਹਦੇ ਹੋ ਤੁਹਾਨੂੰ ਪਰਮੇਸ਼ਰ ਦੀ ਆਵਾਜ਼ ਤੁਹਾਡੇ ਕੰਨਾਂ ਨੂੰ ਪੈਂਦੀ ਆ। ਜਦੋਂ ਤੁਸੀਂ ਬਾਈਬਲ ਪੜ੍ਹਦੇ ਹੋ ਬਾਈਬਲ ਦੇ ਵਿੱਚ ਪਰਮੇਸ਼ਰ ਦਾ ਸਾਹ ਛੁਪਿਆ ਹੋਇਆ ਆ। ਜਦੋਂ ਤੁਸੀਂ ਬਾਈਬਲ ਪੜ੍ਹਦੇ ਹੋ ਪਰਮੇਸ਼ਰ ਦਾ ਸਾਹ ਤੁਹਾਡੇ ਉੱਤੇ ਉਤਰਦਾ ਆ, ਪਰਮੇਸ਼ਰ ਫੂਕਾ ਮਾਰਦਾ ਆ, ਪਰਮੇਸ਼ਰ ਆਪਣਾ ਸਾਹ ਛੱਡਦਾ ਹੈ ਤੁਹਾਡੇ ਉੱਤੇ। ਜਦੋਂ ਬਾਈਬਲ ਤੁਸੀਂ ਪੜ੍ਹਦੇ ਹੋ ਪ੍ਰਭੂ ਦੇ ਮੈਂ ਬਾਈਬਲ ਦੇ ਵਿੱਚ ਪਰਮੇਸ਼ਰ ਦੇ ਵਾਅਦੇ ਕੀਤੇ ਹੋਏ ਨੇ, ਉਹ ਵਾਅਦੇ ਛੁਪੇ ਹੋਏ ਨੇ ਤੁਹਾਡੇ ਵਾਸਤੇ। ਕਿਸੇ ਨੇ ਕਿਹਾ ਕਿ ਤਕਰੀਬਨ 30-40 ਹਜ਼ਾਰ ਵਾਅਦਾ ਆ ਪਰਮੇਸ਼ਰ ਨੇ ਕੀਤਾ ਹੋਇਆ ਤੇ ਉਹ ਨਿਭਾਉਣਾ ਚਾਹੁੰਦਾ ਆ। ਜੇ ਤੁਸੀਂ ਉਹ ਵਾਅਦਿਆਂ ਨੂੰ ਪੜ੍ਹ ਕੇ ਕਲੇਮ ਕਰਨਾ ਸ਼ੁਰੂ ਕਰ ਦਿਓ, ਪ੍ਰਭੂ ਤੂੰ ਵਾਅਦਾ ਕੀਤਾ, ਤੂੰ ਆਹ ਆਖਿਆ ਪਰਮੇਸ਼ਰ, ਹੋ ਸਕਦਾ ਮੇਰੀ ਜ਼ਿੰਦਗੀ 'ਚ, ਰੱਬ ਨੇ ਕਹਿਣਾ ਹਾਂ ਇਹ ਹੋ ਸਕਦਾ ਹੈ, ਮੈਂ ਕਰਨ ਲਈ ਤਿਆਰ ਹੈਗਾ। ਕਿਉਂਕਿ ਜੇ ਬਰਕਤ ਦੇ ਬਾਰੇ ਪਤਾ ਹੀ ਨਹੀਂ ਨਾ ਆਪਾਂ ਨੂੰ ਤਾਂ ਬਰਕਤਾਂ ਮੰਗਾਂਗੇ ਕਿੱਦਾਂ। ਜੇ ਪਤਾ ਹੀ ਨਹੀਂ ਕਿ ਉਹ ਕਿੱਦਾਂ ਦਾ ਰੱਬ ਆ ਜਿਹੜਾ ਆਪਣੇ ਪਾਪ ਮਾਫ ਕਰਤਾ ਸਕਦਾ, ਪਾਪ ਕਿੱਦਾਂ ਮਾਫ ਹੋਣਗੇ। ਜੇ ਪਤਾ ਨਹੀਂ ਕਿ ਕਿੱਦਾਂ ਦਾ ਰੱਬ ਆ ਜਿਹੜਾ ਆਪਾਂ ਨੂੰ ਸਵਰਗ ਦਿਖਾ ਸਕਦਾ ਤਾਂ ਸਵਰਗ ਕਿੱਦਾਂ ਦੇਖਾਂਗੇ। ਜੇ ਪਤਾ ਹੀ ਨਹੀਂ ਕਿ ਇਦਾਂ ਦਾ ਰੱਬ ਆ ਜਿਹੜਾ ਆਪਾਂ ਨੂੰ ਨਰਕਾਂ 'ਚ ਕੱਢ ਸਕਦਾ ਤਾਂ ਨਰਕਾਂ 'ਚੋਂ ਨਿਕਲਾਂਗੇ ਕਿੱਦਾਂ। ਔਰ ਜੇ ਆਪਾਂ ਨੂੰ ਪਤਾ ਹੀ ਨਹੀਂ ਕਿ ਇਦਾਂ ਦਾ ਪਰਮੇਸ਼ਰ ਆ ਜਿਹੜਾ ਛੁਟਕਾਰਾ ਦੇ ਸਕਦਾ, ਸ਼ਰਾਬ ਤੋਂ ਛੁਟਕਾਰਾ ਇਹ ਦਿੰਦਾ ਆ, ਡਰੱਗਾਂ ਤੋਂ ਛੁਟਕਾਰਾ ਇਹ ਦਿੰਦਾ ਆ, ਐਡਿਕਸ਼ਨ ਤੋਂ ਛੁਟਕਾਰਾ ਇਹ ਦਿੰਦਾ ਆ, ਮਾੜੀਆਂ ਆਦਤਾਂ ਤੋਂ ਛੁਟਕਾਰਾ ਇਹ ਦਿੰਦਾ ਆ। ਜੇ ਪਤਾ ਹੀ ਨਹੀਂ ਤੇ ਬਰਕਤ ਕਿੱਦਾਂ ਪ੍ਰਾਪਤ ਹੋਏਗੀ। ਹੁਣ ਲੋਕ ਕਹਿੰਦੇ ਨੇ ਉਹ ਚਰਚ ਵਿੱਚ ਜਾਂਦੇ ਨੇ, ਉਹ ਪ੍ਰੇ ਕਰਦੇ ਨੇ, ਉਹਨਾਂ ਦੀ ਸ਼ਰਾਬ ਛੁੱਟ ਜਾਂਦੀ ਆ। ਚਰਚ ਵਿੱਚ ਜਾਂਦੇ ਨੇ, ਉਹ ਪ੍ਰੇ ਕਰਦੇ ਨੇ, ਇਹਨਾਂ ਡਰੱਗਾਂ ਛੁੱਟ ਜਾਂਦੀਆਂ ਨੇ। ਉਹ ਚਰਚ ਵਿੱਚ ਜਾਂਦੇ ਨੇ, ਉਹ ਪ੍ਰੇ ਕਰਦੇ ਨੇ, ਇਹਨਾਂ ਦਾ ਘਰ ਠੀਕ ਹੋ ਜਾਂਦਾ ਆ, ਇਹਨਾਂ ਦਾ ਕੰਮ ਠੀਕ ਹੋ ਜਾਂਦਾ ਆ, ਇਹਨਾਂ ਦਾ ਕਾਰੋਬਾਰ ਠੀਕ ਹੋ ਜਾਂਦਾ ਆ। ਇਹਨਾਂ ਨੂੰ ਆ ਨਹੀਂ ਪਤਾ ਕਿ ਇਹ ਨਰਕਾਂ ਤੋਂ ਵੀ ਨਿਕਲ ਜਾਂਦੇ ਨੇ, ਇਹਨਾਂ ਨੂੰ ਸਵਰਗ ਮਿਲ ਜਾਂਦਾ ਆ, ਇਹਨਾਂ ਨੂੰ ਮਾਫੀ ਮਿਲ ਜਾਂਦੀ ਆ, ਇਹਨਾਂ ਨੂੰ ਖੁਸ਼ੀ ਮਿਲ ਜਾਂਦੀ ਆ, ਇਹਨਾਂ ਨੂੰ ਸ਼ਾਂਤੀ ਮਿਲ ਜਾਂਦੀ ਆ, ਇਹਨਾਂ ਨੂੰ ਆਸ਼ੀਰਵਾਦ ਮਿਲ ਜਾਂਦਾ ਆ। ਇਹ ਜਿਉਂਦੇ ਪਰਮੇਸ਼ਵਰ ਦਾ ਜਿਉਂਦਾ ਵਚਨ ਆ ਪ੍ਰਭੂ ਤੇ ਪੈਣੋ, ਇਹਨੂੰ ਨਾ ਛੱਡੀਏ, ਇਹਨੂੰ ਦਿਨ ਰਾਤ ਪੜ੍ਹੀਏ, ਇਹਦੇ ਤੇ ਧਿਆਨ ਲਾਈਏ, ਇਹਦੇ ਤੇ ਮਨ ਲਾਈਏ, ਇਹਦੇ ਤੇ ਦਿਲ ਲਾਈਏ, ਇਹਦੇ ਵਾਅਦਿਆਂ ਨੂੰ ਕਲੇਮ ਕਰੀਏ ਤਾਂ ਕਿ ਉਹ ਬਰਕਤਾਂ ਪ੍ਰਾਪਤ ਕਰ ਸਕੀਏ। ਇਹ ਵਚਨ ਦੇ ਵਿੱਚ ਗਹਿਰੀਆਂ ਗੱਲਾਂ ਲਿਖੀਆਂ ਹੋਈਆਂ ਨੇ, ਸੀਕ੍ਰੇਟਸ ਲਿਖੀਆਂ ਹੋਈਆਂ ਨੇ। ਜਿਹਨੂੰ ਪੜਾਂਗੇ, ਇਹਦੇ ਤੇ ਚੱਲਾਂਗੇ ਤੇ ਉਹ ਗਹਿਰਾਈ ਤੱਕ ਪਰਮੇਸ਼ਰ ਆਪਾਂ ਨੂੰ ਪਹੁੰਚਾਵੇਗਾ। ਜਿਹੜੀ ਗਹਿਰਾਈ ਪ੍ਰਭੂ ਆਪਾਂ ਨੂੰ ਦੱਸਦਾ ਆ, ਇੱਕ ਐਸਾ ਵਚਨ ਆ ਜਿਹੜਾ ਆਪਾਂ ਨੂੰ ਫਿਊਚਰ ਦੇ ਬਾਰੇ ਦੱਸਦਾ ਹੈ। ਕੋਈ ਵੀ ਹੋਰ ਧਾਰਮਿਕ ਕਿਤਾਬ ਨਹੀਂ ਗੀ ਜਿਹੜੀ ਫਿਊਚਰ ਦੇ ਬਾਰੇ ਦੱਸੇ। ਇਹ ਵਚਨ ਲਿਖਿਆ ਆ ਮਰਨ ਤੋਂ ਬਾਅਦ ਤੁਹਾਡੇ ਨਾਲ ਕੀ ਹੋਏਗਾ। ਜੇ ਤੁਸੀਂ ਯਿਸੂ ਨੂੰ ਸਵੀਕਾਰ ਕਰੋਗੇ ਤੁਸੀਂ ਕਿੱਦਾਂ ਸਵਰਗ ਵਿੱਚ ਜਾਓਗੇ। ਜੇ ਤੁਸੀਂ ਯਿਸੂ ਨੂੰ ਸਵੀਕਾਰ ਕਰ ਲਿਆ ਤੁਸੀਂ ਨਰਕਾਂ ਤੋਂ ਨਿਕਲ ਜਾਓਗੇ। ਨਰਕਾਂ ਦੇ ਦਰਵਾਜ਼ੇ ਵੀ ਤੁਹਾਡੇ ਖਿਲਾਫ ਖੜੇ ਨਹੀਂ ਹੋ ਸਕਦੇ ਕਿਉਂਕਿ ਤੁਸੀਂ ਯਿਸੂ ਨੂੰ ਸਵੀਕਾਰ ਕਰ ਲਿਆ। ਇਹਦੇ ਵਿੱਚ ਲਿਖਿਆ ਗਿਆ ਹੈ ਪ੍ਰਭੂ ਦੇ ਬਾਰੇ ਇਹ ਸਾਰੀਆਂ ਗੱਲਾਂ ਇਹਦੇ ਵਿੱਚ ਦਰਜ ਨੇ। ਇਸ ਵਚਨ ਵਿੱਚ ਬਹੁਤ ਵੱਡੀ ਬਰਕਤ ਆ, ਬਹੁਤ ਵੱਡੀ ਬਰਕਤ ਆ, ਬਹੁਤ ਵੱਡਾ ਆਸ਼ੀਰਵਾਦ ਆ ਪਰਮੇਸ਼ਰ ਦਾ। ਪ੍ਰਭੂ ਦੇ ਬਾਰੇ ਇਹ ਵਚਨ ਦੱਸਦਾ ਆ, ਇਹ ਵਚਨ ਦੱਸਦਾ ਆ ਰੱਬ ਦੇ ਵਚਨ 'ਚ ਲਿਖਿਆ ਗਿਆ, ਬਾਈਬਲ ਵਿੱਚ ਲਿਖਿਆ ਗਿਆ ਆ ਕਿ ਰੱਬ ਤੋਂ ਮਾਫੀ ਸਵੀਕਾਰ ਕਿੱਦਾਂ ਕਰਨੀ ਆ। ਇਹ ਵਚਨ ਵਿੱਚ ਐਸੇ ਭੇਦ ਲਿਖੇ ਹੋਏ ਨੇ। ਇਹ ਵਚਨ ਦੱਸਦਾ ਆ ਕਿ ਤੁਸੀਂ ਉਸ ਸੱਚੇ ਪਰਮਾਤਮਾ ਦੇ ਅੱਗੇ ਪਵਿੱਤਰਤਾ ਦਾ ਜੀਵਨ ਬਤੀਤ ਕਿੱਦਾਂ ਕਰਨਾ ਆ, ਭਗਤੀ ਕਿੱਦਾਂ ਬਣਨੀ ਆ, ਰੱਬ ਦੇ ਭਗਤ ਕਿੱਦਾਂ ਬਣਨਾ ਆ, ਇਸ ਵਚਨ ਵਿੱਚ ਲਿਖਿਆ ਗਿਆ ਆ। ਮੁਕਤੀ ਪ੍ਰਾਪਤ ਕਿੱਦਾਂ ਕਰਨੀ ਆ, ਇਸ ਵਚਨ ਵਿੱਚ ਲਿਖਿਆ ਗਿਆ ਆ, ਬਾਈਬਲ ਵਿੱਚ ਲਿਖਿਆ ਗਿਆ ਆ। ਬਾਈਬਲ ਪੜ੍ਹ ਕੇ ਤੁਹਾਨੂੰ ਮੁਕਤੀ ਦਾ ਰਾਹ ਪਤਾ ਲੱਗ ਜਾਏਗਾ, ਬਾਈਬਲ ਪੜ੍ਹ ਕੇ ਤੁਹਾਨੂੰ ਮਾਫੀ ਦਾ ਰਾਹ ਪਤਾ ਲੱਗ ਜਾਏਗਾ, ਬਾਈਬਲ ਪੜ੍ਹ ਕੇ ਤੁਹਾਨੂੰ ਪਵਿੱਤਰਤਾ ਦਾ ਰਾਹ ਪਤਾ ਲੱਗ ਜਾਏਗਾ। ਬਾਈਬਲ ਪੜ੍ਹਨ ਤੋਂ ਬਾਅਦ ਪ੍ਰਭੂ ਦੇ ਪੜ੍ਹੋ ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਪ੍ਰੋਸਪਰ ਕਿੱਦਾਂ ਹੋ ਸਕਦੇ ਹੋ, ਤੁਸੀਂ ਤਰੱਕੀਆਂ ਕਿੱਦਾਂ ਮੰਨ ਸਕਦੇ ਹੋ, ਤੁਸੀਂ ਆਸ਼ੀਰਵਾਦ ਕਿੱਦਾਂ ਪ੍ਰਾਪਤ ਕਰ ਸਕਦੇ ਹੋ, ਤੁਸੀਂ ਵੱਧ ਕਿੱਦਾਂ ਸਕਦੇ ਹੋ। ਐਵੇਂ ਹਰ ਪਾਸੇ ਪਰਮੇਸ਼ਰ ਦੇ ਵਚਨ ਵਿੱਚ ਲਿਖਿਆ ਗਿਆ ਹੈ ਪ੍ਰਭੂ ਦੇ ਪੜ੍ਹੋ ਕਿ
ਤੇ ਬਾਈਬਲ ਪੜ੍ਹਨ ਦੇ ਨਾਲ, ਬਾਈਬਲ ਦੇ ਵਿੱਚ ਜਾਣ ਤੋਂ ਬਾਅਦ ਤੁਹਾਨੂੰ ਪਤਾ ਲੱਗ ਜੂਗਾ ਕਿ ਤੁਹਾਡੀਆਂ ਬਿਮਾਰੀਆਂ ਜਿਹੜੀਆਂ ਟੁੱਟ ਸਕਦੀਆਂ ਨੇ, ਤੁਹਾਡੇ ਨਸ਼ੇ ਟੁੱਟ ਸਕਦੇ ਨੇ, ਤੁਹਾਨੂੰ ਆਸ਼ੀਰਵਾਦ ਮਿਲ ਸਕਦਾ ਆ। ਪਰਮੇਸ਼ਰ ਦਾ ਵਚਨ ਆਪਾਂ ਦੱਸਦਾ ਆ ਕਲੀਅਰਲੀ। ਬਾਈਬਲ ਪੜ੍ਹਨ ਤੋਂ ਬਾਅਦ ਪਤਾ ਲੱਗ ਜੂਗਾ ਤੁਹਾਨੂੰ ਵੀ ਨਰਕ ਚੋਂ ਕਿੱਦਾਂ ਕੱਢਣਾ ਆਪਣੇ ਆਪ ਨੂੰ ਨਰਕ ਤੋਂ ਕਿੱਦਾਂ ਕੱਢਣਾ ਹੈ। ਮਰਨ ਤੋਂ ਬਾਅਦ ਨਹੀਂ ਕੋਈ ਕੱਢ ਸਕਦਾ ਨਰਕ ਚੋਂ ਤੁਹਾਨੂੰ, ਨੋ, ਆਪ ਹੀ ਜਿਉਂਦੇ ਜੀ ਨਰਕ ਤੋਂ ਨਿਕਲਣਾ ਆ। ਕਿੱਦਾਂ? ਪ੍ਰਭੂ ਯਿਸੂ ਮਸੀਹ ਨੂੰ ਸਵੀਕਾਰ ਕਰਕੇ, ਆਪਣੇ ਪਾਪਾਂ ਤੋਂ ਮਾਫੀ ਮੰਗ ਕੇ ਰੱਬ ਤੋਂ, ਤੇ ਪ੍ਰਭੂ ਦੇ ਬਣਾ ਜਿਉਂਦੇ ਜੀ ਸਵਰਗ ਤੁਹਾਡੇ ਦਿਲ ਵਿੱਚ ਉਤਰਿਆ ਆਵੇਗਾ। ਪਰਮੇਸ਼ਰ ਦਾ ਵਚਨ ਆਖਦਾ ਹੈ। ਇਹ ਬਾਈਬਲ ਜਿਹੜੀ ਹੈ ਪ੍ਰਭੂ ਦੇ ਬਣਾ, ਇਹ ਇਨਸਾਨ ਨੂੰ ਛੁਟਕਾਰਾ ਦਿਲਾ ਸਕਦੀ ਆ। ਸੱਚ ਨੂੰ ਜਾਣੋਗੇ ਤੇ ਸੱਚ ਤੁਹਾਨੂੰ ਆਜ਼ਾਦ ਕਰੇਗਾ। ਆਮੇਨ। ਇਹ ਸਿਰਫ ਪਰਮੇਸ਼ਰ ਦਾ ਵਚਨ ਬਾਈਬਲ ਕਰ ਸਕਦੀ ਆ। ਤਾਂ ਹੀ ਪ੍ਰਭੂ ਦੇ ਜ਼ਰੂਰੀ ਨੂੰ ਪੜੋ। ਪ੍ਰਭੂ ਦਾ ਵਚਨ ਕਹਿੰਦਾ ਆ, ਇਸ ਬਾਈਬਲ ਨੂੰ ਪੜ੍ਹ ਕੇ ਜੋ ਚੱਲਦਾ ਆ ਉਹ ਆਪਣਾ ਘਰ ਏਦਾਂ ਬਣਾਉਂਦਾ ਆ ਜਿੱਦਾਂ ਇੱਕ ਪੱਥਰ ਤੇ, ਇੱਕ ਚਟਾਨ ਤੇ ਬਣਾਵੇ। ਉਹਦਾ ਘਰ ਕਿਸ ਤਰ੍ਹਾਂ ਵੀ ਹਿਲਦਾ ਨਹੀਂਗਾ, ਥਰਥਰਾਉਂਦਾ ਨਹੀਂਗਾ, ਮਜ਼ਬੂਤੀ ਦੇ ਵਿੱਚ ਖੜਾ ਰਹਿੰਦਾ ਆ। ਬਾਈਬਲ ਦੇ ਵਿੱਚ ਪ੍ਰਾਪਤ ਪੈਨੋ ਜਾਣ ਵਾਲਾ ਇਨਸਾਨ, ਬਾਈਬਲ ਨੂੰ ਪੜ੍ਹਨ ਵਾਲਾ ਇਨਸਾਨ, ਉਹਦੀ ਜ਼ਿੰਦਗੀ ਪੂਰੀ ਤਰੀਕੇ ਦੇ ਨਾਲ ਟ੍ਰਾਂਸਫਾਰਮ ਹੋ ਜਾਂਦੀ ਆ। ਬਾਈਬਲ ਇਨਸਾਨ ਨੂੰ ਇੰਟਰੋਡਿਊਸ ਕਰਾਂਦੀ ਆ ਡਿਵਾਈਨ ਨੇਚਰ, ਰੱਬੀ ਰਵਈਆ, ਰੱਬੀ ਨੇਚਰ ਇਨਸਾਨ ਨੂੰ ਇੰਟਰੋਡਿਊਸ ਕਰਾਈ ਜਾਂਦੀ ਆ। ਬਾਈਬਲ ਖਾਈਂਦੀ ਸੱਚਾ ਵਚਨ ਪਰਮਾਤਮਾ ਦਾ ਇਨਸਾਨ ਨੂੰ ਰੱਬ ਦੀ ਨੇਚਰ ਦੇ ਬਾਰੇ ਦੱਸਦਾ ਹੀ ਨਹੀਂਗਾ। ਉਹ ਨੇਚਰ ਤੱਕ ਕਿੱਦਾਂ ਪਹੁੰਚਣਾ ਆ, ਉਹਨੂੰ ਕਿਸ ਤਰ੍ਹਾਂ ਹੱਥ ਪਾਉਣਾ ਆ, ਉਹਦੇ ਬਾਰੇ ਵੀ ਦੱਸਦਾ ਹੈ, ਤਾਂ ਕਿ ਉਹ ਬਰਕਤਾਂ ਆਪਾਂ ਲੈ ਸਕੀਏ ਤੇ ਸਵੀਕਾਰ ਕਰ ਸਕੀਏ। ਉਹ ਪੜ੍ਹਾਂਗੇ ਚੱਲਦੇ ਹਾਂ ਆਪਾਂ 2 ਪੀਟਰ ਚੈਪਟਰ 1 ਵਰਸ 4 ਦੇਖਾਂਗੇ। ਪ੍ਰਭੂ ਦੇ ਬਹਿਣੋ, ਬਾਈਬਲ ਦੱਸਦੀ ਆ ਕਲੀਅਰਲੀ ਕਿ ਤੁਸੀਂ ਰੱਬ ਦਾ ਸੁਭਾਅ ਡਿਵਾਈਨ ਨੇਚਰ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ ਤੁਹਾਡੇ ਵਿੱਚ। ਆਪਣੇ ਕੋਲ ਤਾਂ ਇਨਸਾਨੀ ਸੁਭਾਅ ਆ, ਗੁੱਸੇ ਹੋ ਜਾਂਦੇ ਆ, ਠੱਗੀ ਕਰਦੇ ਆ, ਗਲਤ ਕੰਮ ਕਰਦੇ ਆ, ਗਲਤ ਚੀਜ਼ਾਂ ਦੇਖਦੇ ਆ, ਗਲਤ ਸੋਚਦੇ ਆ, ਗਲਤ ਬੋਲਦੇ ਆ, ਇਨਸਾਨੀ ਸੁਭਾਅ। ਬਾਈਬਲ ਪੜ੍ਹਨ ਵਾਲਾ ਮਨੁੱਖ ਜਾਣ ਜਾਂਦਾ ਆ ਵੀ ਇਹ ਸਰੀਰਿਕ ਸੁਭਾਅ, ਇਨਸਾਨੀ ਸੁਭਾਅ ਕਿੱਦਾਂ ਖਤਮ ਕਰਨਾ ਆ, ਕਿੱਦਾਂ ਡਿਸਟਰੋਏ ਕਰਨਾ ਆ, ਤੇ ਰੱਬੀ ਸੁਭਾਅ ਆਪਣੇ ਵਿੱਚ ਡਿਵਾਈਨ ਨੇਚਰ ਨੂੰ ਕਿੱਦਾਂ ਪ੍ਰਾਪਤ ਕਰਨਾ ਹੈ, ਤੇ ਕਿੱਦਾਂ ਉਹਦੇ ਵਿੱਚ ਵਧਣਾ ਆ, ਤੇ ਕਿੱਦਾਂ ਉਹਨੂੰ ਸਵੀਕਾਰ ਕਰਨਾ ਹੈ, ਤੇ ਕਿੱਦਾਂ ਚੱਲਣਾ ਆ ਉਸ ਡਿਵਾਈਨ ਨੇਚਰ ਦੇ ਵਿੱਚ। ਵਾਓ। ਉਹ ਪੜਾਂਗੇ ਪ੍ਰਭੂ ਦੇ 2 ਪੀਟਰ ਚੈਪਟਰ 1 ਵਰਸ 4 ਪਿਤਾ ਵਿੱਚ ਜੀ। ਇਸੇ ਦੇ ਆਧਾਰ ਤੇ ਉਸਨੇ ਸਾਨੂੰ ਉੱਤਮ ਅਤੇ ਕੀਮਤੀ ਪ੍ਰਤਿਗਿਆਵਾਂ ਦਿੱਤੀਆਂ ਹਨ, ਜਿਨ੍ਹਾਂ ਦੁਆਰਾ ਤੁਸੀਂ ਸੰਸਾਰ ਵਿਚਲੀਆਂ ਨਾਸ਼ਕ ਲਾਲਸਾਵਾਂ ਤੋਂ ਬਚ ਸਕਦੇ ਹੋ ਅਤੇ ਉਸ ਦੇ ਦੈਵੀ ਸੁਭਾਅ ਦੇ ਭਾਗੀ ਬਣ ਸਕਦੇ ਹੋ। ਉਸ ਦੇ ਰੱਬ ਦੇ ਦੇਵੀ ਸੁਭਾਅ ਦੇ ਭਾਗੀ। ਰੱਬ ਦਾ ਸੁਭਾਅ ਤੁਹਾਡੇ ਵਿੱਚ ਆ ਜਾਵੇ। ਵਾਹ 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 ਵਾਹ। ਰੱਬ ਵਰਗੀ ਮਾਫੀ, ਰੱਬ ਵਰਗੀ ਦਲੇਰੀ, ਰੱਬ ਵਰਗੀ ਸ਼ਕਤੀ ਤੁਹਾਡੇ ਵਿੱਚ ਆ ਸਕਦੀ ਹੈ। ਬਸ ਇਹ ਤਾਂ ਹੋ ਸਕਦਾ, ਜ਼ਰੂਰ ਹੋ ਸਕਦਾ। ਪਰਮੇਸ਼ਰ ਦੇ ਵਚਨ ਲਿਖਿਆ ਗਿਆ ਹੈ ਕਲੀਅਰਲੀ ਕਿ ਰੱਬ ਆਪਣਾ ਸੁਭਾਅ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਆ, ਤੁਹਾਡੇ ਨਾਲ ਤੁਹਾਨੂੰ ਦੇ ਰਿਹਾ ਆ, ਤੁਹਾਨੂੰ ਇੰਪਾਰਟ ਕਰ ਰਿਹਾ ਆ। ਪ੍ਰਭੂ ਦੀ ਬਹੁਤ ਵੱਡੀ ਬਰਕਤ ਆ ਪਰਮੇਸ਼ਰ ਦੇ ਵਚਨ ਦੇ ਵਿੱਚ। ਇੱਕ ਐਸੀ ਕਿਤਾਬ ਆ ਜਿਹਦੀ ਤੁਹਾਡੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਦੇ ਨਾਲ ਟ੍ਰਾਂਸਫਾਰਮ ਕਰਨ ਦੀ ਸ਼ਕਤੀ ਰੱਖਦੀ ਆ ਤੇ ਕਰ ਰਹੀ ਆ। ਲੋਕਾਂ ਦੇ ਲੋਕ ਤਬਦੀਲ ਹੋ ਰਹੇ ਨੇ, ਲੋਕਾਂ ਦੇ ਲੋਕ ਟ੍ਰਾਂਸਫਾਰਮ ਹੋ ਰਹੇ ਨੇ, ਉਹਨਾਂ ਦੀਆਂ ਜ਼ਿੰਦਗੀਆਂ ਟ੍ਰਾਂਸਫਾਰਮ ਹੋ ਰਹੀਆਂ ਨੇ, ਉਹਨਾਂ ਦੀਆਂ ਸੋਚਾਂ ਬਦਲੀਆਂ ਜਾ ਰਹੀਆਂ ਨੇ, ਉਹਨਾਂ ਦੇ ਘਰ ਬਦਲੇ ਜਾ ਰਹੇ ਨੇ, ਉਹਨਾਂ ਦੀਆਂ ਜ਼ਿੰਦਗੀਆਂ ਬਦਲੀਆਂ ਜਾ ਰਹੀਆਂ ਨੇ, ਉਹਨਾਂ ਦੇ ਦਿਲ ਬਦਲਣੇ ਜਾ ਰਹੇ ਨੇ। ਹਾਂ, ਇਹ ਇੱਕ ਐਸਾ ਰੱਬ ਆ ਜਿਹੜਾ ਧਰਮ ਬਦਲਣ ਦੀ ਕੋਸ਼ਿਸ਼ ਨਹੀਂ ਕਰਦਾ, ਦਿਲ ਬਦਲਦਾ ਆ। ਇੱਕ ਰੱਬ ਆ ਜਿਹੜਾ ਦਿਲ ਬਦਲਦਾ। ਇਹ ਦਿਲ ਦਾ ਰਿਸ਼ਤਾ ਹੈ, ਇਹ ਦਿਲ ਵਿੱਚ ਆ ਕੇ ਕੰਮ ਕਰਦਾ ਹੈ। ਦਿਲ ਅੰਦਰੋਂ ਬਦਲਦਾ ਹੈ। ਪ੍ਰਾਪਤ ਬਣੋ, ਰੱਬ ਅੰਦਰੋਂ ਕੰਮ ਕਰਦਾ ਹੈ, ਇਨਸਾਨ ਨੂੰ ਚੇਂਜ ਕਰਦਾ, ਬਦਲਦਾ। ਉਹਦੇ ਚ ਐਸ ਡਿਵਾਈਨ ਨੇਚਰ ਥਾਈਦੀ ਜ਼ਬਰਦਸਤ। ਉਹ ਦੇਖਾਂਗੇ ਪਰਮੇਸ਼ਰ ਦੇ ਵਚਨ ਵਿੱਚ ਆਪਾਂ ਇੱਕ ਹੋਰ ਪੜਾਂਗੇ। ਹਾਂ ਪ੍ਰਾਪਤ ਬਣੋ, ਰੋਮਨ ਚੈਪਟਰ 10 ਵਰਸ 17 ਵਿੱਚ ਜਾਵਾਂਗੇ। ਇਹ ਵਚਨ ਨੂੰ ਪੜ੍ਹਨ ਵਾਲੇ, ਸੁਣਨ ਵਾਲੇ ਇੱਕ ਐਸੇ ਖਾਸ ਕੰਨ ਪ੍ਰਾਪਤ ਕਰਦੇ ਨੇ ਜਿਨ੍ਹਾਂ ਕੰਨਾਂ ਨੂੰ ਪ੍ਰਾਪਤ ਕਰਕੇ ਉਹ ਰੱਬ ਦੀ ਆਵਾਜ਼ ਸੁਣਨਾ ਸ਼ੁਰੂ ਕਰ ਦਿੰਦੇ ਨੇ। ਰੱਬ ਦੀ ਆਵਾਜ਼ ਨੂੰ ਸੁਣਨ ਦੇ ਨਾਲ ਉਹਨਾਂ ਵਿੱਚ ਨਿਚਾ ਆ ਜਾਂਦੀ ਹੈ, ਉਹਨਾਂ ਵਿੱਚ ਈਮਾਨ ਆ ਜਾਂਦਾ ਹੈ, ਉਹਨਾਂ 'ਚ ਫੇਥ ਆ ਜਾਂਦੀ ਆ, ਤੇ ਉਸ ਫੇਥ ਦੇ ਨਾਲ ਉਹ ਵੱਡੇ ਵੱਡੇ ਪਹਾੜ ਵੀ ਇੱਧਰ ਦੇ ਉੱਧਰ ਕਰ ਸਕਦੇ ਨੇ। ਵਾਹ। ਇਹ ਵਚਨ ਨੂੰ ਪੜ੍ਹ ਕੇ ਤੁਹਾਨੂੰ ਐਸੇ ਕੰਨ ਦਿੱਤੇ ਜਾਣਗੇ, ਇਹ ਵਚਨ ਨੂੰ ਸੁਣ ਕੇ ਤੁਹਾਨੂੰ ਐਸੇ ਕੰਨ ਦਿੱਤੇ ਜਾਣਗੇ, ਬਾਈਬਲ ਨੂੰ ਪੜ੍ਹ ਕੇ ਤੁਹਾਨੂੰ ਐਸੇ ਕੰਨ ਦਿੱਤੇ ਜਾਣਗੇ ਜਿਹੜੇ ਕੰਨਾਂ ਦੇ ਨਾਲ ਤੁਸੀਂ ਰੱਬ ਦੀ ਆਵਾਜ਼ ਨੂੰ ਸੁਣ ਸਕਦੇ ਹੋ। ਤੇ ਰੱਬ ਤੁਹਾਡੇ ਨਾਲ ਗੱਲ ਕਰੇਗਾ ਤੇ ਰੱਬ ਦੀ ਆਵਾਜ਼ ਨੂੰ ਸੁਣ ਕੇ ਤੁਹਾਡਾ ਈਮਾਨ ਜਾਗ ਜਾਵੇਗਾ।
ਉਹ ਪੜਾਂਗੇ ਰੋਮਨਸ ਚੈਪਟਰ 10 ਵਰਸ 17। ਸੋ ਪ੍ਰਤੀਤ ਸੁਣਨ ਨਾਲ ਅਤੇ ਸੁਣਨਾ ਮਸੀਹ ਦੇ ਵਚਨ ਤੋਂ ਆਉਂਦਾ ਹੈ। ਪ੍ਰਤੀਤ ਸੁਣਨ ਨਾਲ ਆਉਂਦੀ ਹੈ, ਲੇਕਿਨ ਉਹ ਸੁਣਨ ਦੀ ਸ਼ਕਤੀ ਪਰਮੇਸ਼ਰ ਦੇ ਵਚਨ ਤੋਂ ਹੀ ਆਉਂਦੀ ਹੈ। ਵਚਨ ਪੜੋ ਤਾਂ ਕਿ ਉਹ ਕੰਨ ਤੁਹਾਨੂੰ ਦਿੱਤੇ ਜਾਣ ਜਿਨ੍ਹਾਂ ਕੰਨਾਂ ਨਾਲ ਤੁਸੀਂ ਰੱਬ ਦੀ ਆਵਾਜ਼ ਨੂੰ ਸੁਣਨੀ ਆ, ਤਾਂ ਕਿ ਤੁਹਾਡੇ ਵਿੱਚ ਪ੍ਰਤੀਤ ਆ ਸਕੇ, ਈਮਾਨ ਆ ਸਕੇ, ਫੇਥ ਆ ਸਕੇ, ਤੇ ਫੇਥ ਨਾਲ ਤੁਸੀਂ ਆਪਣੀਆਂ ਮੁਸ਼ਕਿਲਾਂ, ਆਪਣੇ ਭਾਰ ਹਿਲਾ ਸਕਦੇ ਹੈਗੇ। ਬਹੁਤ ਵੱਡੀ ਬਰਕਤ ਆ ਪ੍ਰਭੂ ਤੇ ਬਣਾਓ। ਇਸ ਵਚਨ ਦੇ ਪਿੱਛੇ ਹੱਥ ਧੋ ਕੇ ਪੈ ਜਾਓ ਪ੍ਰਭੂ ਤੇ ਬਣਾਓ, ਕਿਉਂਕਿ ਇਹਦੇ ਵਿੱਚ ਬਹੁਤ ਵੱਡੀ ਹੈ। ਕਈ ਸਵਾਲ ਕਰਦੇ ਪਾਸੇ ਜੀ ਬਾਈਬਲ ਨੂੰ ਕਿੱਦਾਂ ਪੜ੍ਹਨਾ ਚਾਹੀਦਾ ਆ। ਮੈਂ ਦੁਬਾਰਾ ਰਿਪੀਟ ਕਰ ਰਿਹਾ ਹੈਗਾ, ਬਾਈਬਲ ਨੂੰ ਤੁਸੀਂ ਜਦੋਂ ਪੜ੍ਹਨਾ ਚਾਹੁੰਦੇ ਹੋ, ਬਾਈਬਲ ਨੂੰ ਜਾਣਨ ਵਾਸਤੇ ਨਾ ਪੜ੍ਹੋ। ਜਦੋਂ ਤੁਸੀਂ ਬਾਈਬਲ ਨੂੰ ਪੜ੍ਹਨਾ ਆ, ਤੁਸੀਂ ਰੱਬ ਨੂੰ ਜਾਣਨ ਵਾਸਤੇ ਪੜ੍ਹੋ। ਲੇਕਿਨ ਯਾਨੀ ਕਹਿਣਾ ਮਤਲਬ ਹੈ ਜਦੋਂ ਤੁਸੀਂ ਬਾਈਬਲ ਪੜ੍ਹਨੀ ਆ, ਤੁਹਾਡੇ ਦਿਲ ਵਿੱਚ ਭੁੱਖ ਪਿਆਸ ਹੋਵੇ ਰੱਬ ਦੀ, ਤੁਸੀਂ ਰੱਬ ਨੂੰ ਲੱਭ ਰਹੇ ਹੋਵੋ। ਬਾਈਬਲ ਪੜ੍ਹੋ, ਮੈਂ ਰੱਬ ਨੂੰ ਲੱਭਣਾ, ਮੈਨੂੰ ਰੱਬ ਮਿਲ ਜੇ ਇਹਨਾਂ ਵਚਨਾਂ ਵਿੱਚ, ਉਦੋਂ ਪ੍ਰਭੂ ਦੇ ਪੜ੍ਹੋ ਤੁਹਾਨੂੰ ਬਾਈਬਲ ਸਮਝ ਲੱਗਦੀ ਆ, ਪਰਮੇਸ਼ਰ ਦਾ ਵਚਨ ਸਮਝ ਲੱਗਦਾ ਆ। ਲੇਕਿਨ ਜੇ ਤੁਸੀਂ ਬਾਈਬਲ ਪੜ੍ਹ ਰਹੇ ਹੋ ਬਾਈਬਲ ਨੂੰ ਜਾਣਨ ਦੇ ਵਾਸਤੇ, ਵੀ ਦੇਖਾਂ ਤਾਂ ਸੀ ਵਿੱਚ ਕੀ ਆ, ਦੇਖਣਾ ਸੀ ਵੀ ਕੀ ਲਿਖਿਆ ਆ, ਉਦਾਂ ਨਹੀਂ ਪ੍ਰਭੂ ਦੇ ਪੜ੍ਹੋ ਤੁਹਾਨੂੰ ਸਮਝ ਲੱਗੇਗੀ। ਲੇਕਿਨ ਜੇ ਤੁਸੀਂ ਰੱਬ ਨੂੰ ਜਾਣਨ ਵਾਸਤੇ, ਰੱਬ ਨੂੰ ਸਮਝਣ ਦੇ ਵਾਸਤੇ ਤੁਸੀਂ ਬਾਈਬਲ ਪੜ੍ਹਦੇ ਹੋ, ਤੁਸੀਂ ਬਾਈਬਲ ਨੂੰ ਅੰਡਰਸਟੈਂਡ ਕਰ ਸਕਦੇ ਹੈਗੇ ਹੋ। ਕਈ ਕਿਸੇ ਨੇ ਕਿਹਾ ਹੈਗਾ ਕਿ ਜਦੋਂ ਤੁਸੀਂ ਬਾਈਬਲ ਪੜ੍ਹਦੇ ਹੋ, ਕੋਸ਼ਿਸ਼ ਕੀਤੀ ਜਾਵੇ ਕਿ ਪਹਿਲਾਂ ਤੁਸੀਂ ਕਿਤਾਬਾਂ ਪੂਰੀਆਂ ਪੜ੍ਹੋ, ਇਕੱਠੀਆਂ ਪੜ੍ਹ ਸਕੋ, ਇਕੱਠੇ ਤੁਸੀਂ ਪੜ੍ਹ ਸਕੋ। ਇਹ ਕਿਤਾਬ ਪੂਰੀ ਪੜ੍ਹ ਲਈ 1-2 ਘੰਟੇ ਦੇ ਵਿੱਚ, 2 ਕਿਤਾਬਾਂ ਪੜ੍ਹ ਲਈਆਂ, ਪੂਰੀ ਪੜ੍ਹਨ ਦੀ ਕੋਸ਼ਿਸ਼ ਕਰੋ। ਇੱਕ ਵਾਰ ਤੁਸੀਂ ਬਾਈਬਲ ਤੁਸੀਂ ਪੜ੍ਹ ਲਈ ਹੈਗੀ ਆ, ਉਹ ਤੋਂ ਬਾਅਦ ਵਿੱਚ ਕਿਸੇ ਨੇ ਫਿਰ ਤੁਸੀਂ ਚੈਪਟਰ ਬਾਈ ਚੈਪਟਰ ਪੜ੍ਹੋ। ਫਿਰ ਬਾਅਦ ਵਿੱਚ ਉਸ ਚੈਪਟਰ ਪੜ੍ਹ ਲਿਆ, ਫਿਰ ਕਿਸੇ ਨੇ ਕਿਹਾ ਵੀ ਤੁਸੀਂ ਫਿਰ ਵਰਸ ਬਾਈ ਵਰਸ ਪੜ੍ਹੋ, ਹਰ ਇੱਕ ਵਰਸ ਤੇ ਧਿਆਨ ਦਿਓ। ਇਸੇ ਤਰ੍ਹਾਂ ਚੰਗੀ ਤਰ੍ਹਾਂ ਸਮਝ ਲੱਗਦੀ ਹੈ। ਲੇਕਿਨ ਮੈਂ ਤੁਹਾਨੂੰ ਕਹਾਂਗਾ ਜਦੋਂ ਤੁਸੀਂ ਬਾਈਬਲ ਪੜ੍ਹਦੇ ਹੋ, ਤੁਸੀਂ ਰੂਹ ਦੇ ਵਿੱਚ ਬਾਈਬਲ ਪੜ੍ਹੋ, ਆਮੀਨ। ਕਿਉਂਕਿ ਬਾਈਬਲ ਰੂਹ 'ਚ ਪੜ੍ਹਨੀ ਪਏਗੀ, ਬਾਈਬਲ ਰੱਬ ਨਾਲ ਪੜ੍ਹਨੀ ਪਏਗੀ, ਰੱਬ ਨੂੰ ਭਾਲਦੇ ਪੜ੍ਹਨੀ ਪਏਗੀ। ਰੂਹ ਕਦੋਂ ਆਉਂਦਾ ਆਪਣੇ ਉੱਤੇ? ਰੂਹ ਉਦੋਂ ਆਉਂਦਾ ਜਦੋਂ ਆਪਾਂ ਰੱਬ ਨੂੰ ਭਾਲਦੇ ਹਾਂ, ਆਮੀਨ। ਉਦੋਂ ਫਿਰ ਆਪਾਂ ਨੂੰ ਬਰਕਤ ਮਿਲ ਗਈ। ਫਿਰ ਪਵਿੱਤਰ ਆਤਮਾ ਨੇ ਲਿਖੀ ਹੈ ਬਾਈਬਲ, ਤੇ ਫਿਰ ਜਦੋਂ ਰੱਬ ਦੇ ਨਾਲ, ਪਵਿੱਤਰ ਆਤਮਾ ਦੇ ਨਾਲ ਬਾਈਬਲ ਨੂੰ ਪੜ੍ਹਦੇ ਹਾਂ, ਤੇ ਫਿਰ ਉਹਦੀਆਂ ਗਹਿਰਾਈਆਂ ਜਿਹੜੀਆਂ ਛੁਪੀਆਂ ਹੋਈਆਂ ਨੇ ਪਰਮੇਸ਼ਰ ਆਪਣੇ ਸਾਹਮਣੇ ਰੱਖਦਾ ਹੈ। ਬਿਲਕੁਲ ਉੱਦਾਂ ਜਦੋਂ ਆਪਣੇ ਪਿੰਡਾਂ ਦੇ ਵਿੱਚ ਪਹਿਲਾਂ ਮੱਝਾਂ ਰੱਖੀਆਂ ਹੁੰਦੀਆਂ ਸੀਗੀਆਂ, ਤੇ ਉਹ ਜਿਹੜੀਆਂ ਮੱਝਾਂ ਸੀਗੀਆਂ ਜਦੋਂ ਛੋਟੇ ਹੁੰਦੇ ਸੀ, ਅਸੀਂ ਸੋਚਦੇ ਹੁੰਦੇ ਜਿਹੜੀਆਂ ਮੱਝਾਂ ਜਿਹੜੀਆਂ ਨੇ ਉਹ ਚੀਕਲੇ ਖਾਂਦੀਆਂ ਨੇ, ਚਿਊਂਗਮ ਖਾਂਦੀਆਂ ਨੇ, ਮੂੰਹ ਮਾਰਦੀਆਂ ਰਹਿੰਦੀਆਂ ਨੇ, ਚਿਊਂਗਮ ਖਾਈ ਜਾਂਦੀਆਂ ਨੇ। ਮੱਝਾਂ ਵੀ ਚਿਊਂਗਮ ਖਾਂਦੀਆਂ ਨੇ, ਐਂ ਕਰਕੇ ਚਿਊਂਗਮ ਗਮ ਖਾਈ ਜਾਂਦੀਆਂ ਨੇ, ਚਿਊਂਗਮ ਖਾਈ ਜਾਂਦੀਆਂ ਨੇ। ਲੇਕਿਨ ਨਹੀਂ, ਮੱਝਾਂ ਕੀ ਕਰਦੀਆਂ ਨੇ, ਥੋੜਾ ਜਿਹਾ ਖਾ ਕੇ ਉਹ ਤੋਂ ਬਾਅਦ ਪ੍ਰਭੂ ਨੂੰ ਉਹਦੀ ਉਗਾਲੀ ਕਰਦੀਆਂ ਨੇ, ਆਮੀਨ, ਤਾਂ ਕਿ ਚੰਗੀ ਤਰ੍ਹਾਂ ਉਹ ਅੰਦਰ ਜਾ ਸਕੇ ਉਹਦੇ ਪੇਟ ਦੇ ਵਿੱਚ, ਤੇ ਤਾਂ ਕਿ ਦੁੱਧ ਬਣ ਸਕੇ। ਜਦੋਂ ਬਾਈਬਲ ਪੜ੍ਹਨੀ ਆ ਉਸ ਤਰ੍ਹਾਂ ਕਰਨਾ। ਤੁਸੀਂ ਬਾਈਬਲ ਪੜ੍ਹ ਲਈ, ਮੈਂ ਤੁਹਾਨੂੰ ਦੱਸਣਾ ਕੀ ਕਰਨਾ ਹੈ। ਜਦੋਂ ਬਾਈਬਲ ਪੜ੍ਹਨੀ ਆ ਕੀ ਕਰਨਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ। ਹੁਣ ਇੱਕ ਚੀਜ਼ ਹੈਗੀ ਹੈ ਮੈਮੋਰਾਈਜ਼ ਕਰਨੀ ਬਾਈਬਲ, ਇੱਕ ਚੀਜ਼ ਹੈਗੀ ਆ ਮਾਈਂਡ, ਸੋਚਾਂ। ਬਾਈਬਲ ਮੈਮੋਰਾਈਜ਼ ਕਰਨੀ ਬਹੁਤ ਚੰਗੀ ਗੱਲ ਆ, ਤੁਸੀਂ ਯਾਦ ਕਰ ਲਈ ਬਾਈਬਲ ਦੇ ਵਰਸ ਯਾਦ ਕਰ ਰਹੇ, ਮੈਮੋਰੀ ਵਿੱਚ ਰੱਖ ਲਏ। ਲੇਕਿਨ ਬਾਈਬਲ ਦੇ ਵਿੱਚ ਵਚਨ ਜਿਹੜੇ ਸ਼ਬਦ ਨੇ ਸੋਚਣ ਰੱਖਣੇ ਬਹੁਤ ਜ਼ਰੂਰੀ ਨੇ, ਆਮੀਨ। ਜਦੋਂ ਤੁਸੀਂ ਵਚਨ ਸੋਚਣ ਚ ਰੱਖਦੇ ਹੋ ਬਰਕਤ ਆਉਂਦੀ ਹੈ। ਪ੍ਰਭੂ ਕਹਿੰਦਾ ਹੈ ਕਿ ਜੇ ਮੇਰੇ ਵਚਨ ਤੇਰੇ ਸੋਚਾਂ ਚ ਨੇ ਤੇ ਤੂੰ ਮੇਰੇ ਵਿੱਚ ਆ, ਤੇ ਜੋ ਕੁਝ ਤੂੰ ਮੰਗ ਮੈਂ ਤੈਨੂੰ ਦੇਵਾਂਗਾ, ਆਮੀਨ। ਬਹੁਤ ਵੱਡੀ ਬਰਕਤ ਹੈ ਪ੍ਰਭੂ ਤੋਂ। ਮੈਂ ਤੁਹਾਨੂੰ ਆ ਕਹਾਂਗੇ, ਜਦੋਂ ਤੁਸੀਂ ਬਾਈਬਲ ਪੜ੍ਹਦੇ ਹੋ, ਤੁਸੀਂ ਬਾਈਬਲ ਪੜ੍ਹਦੇ ਨਾਲ ਹੀ ਤੁਸੀਂ ਮੂਵੀ ਸ਼ੁਰੂ ਕਰਦੀ, ਮੂਵੀ ਆਪਣੇ ਅੰਦਰ ਬਣਾਉਣੀ। ਤੁਸੀਂ ਬਾਈਬਲ ਪੜ੍ਹ ਰਹੇ ਹੋ, ਅੰਦਰ ਮੂਵੀ ਚੱਲ ਰਹੀ ਹੈ ਤੁਹਾਡੇ, ਤੁਸੀਂ ਮੂਵੀ ਬਣਾਓ। ਜਦੋਂ ਕੋਈ ਪ੍ਰੀਚਿੰਗ ਸੁਣ ਰਿਹਾ ਅੰਦਰ ਮੂਵੀ ਬਣਾਓ, ਕੋਈ ਵਰਸ਼ਿਪ ਚੱਲ ਰਹੀ ਹੈ ਮੂਵੀ ਬਣਾਓ। ਤੁਸੀਂ ਬਾਈਬਲ ਪੜ੍ਹ ਰਹੇ ਹੋ, ਓਲਡ ਟੈਸਟਮੈਂਟ ਪੜ੍ਹ ਰਹੇ ਹੋ, ਮੂਵੀ ਬਣਾਓ। ਨਵਾਂ ਟੈਸਟਮੈਂਟ ਪੜ੍ਹ ਰਹੇ ਹੋ, ਮੂਵੀ ਬਣਾਓ। ਜੋ ਵੀ ਸੁਣ ਰਹੇ ਹੋ ਅੰਦਰ ਮੂਵੀ ਬਣਾਓ ਪ੍ਰਭੂ ਯਿਸੂ ਦੀ, ਅੰਦਰ ਮੂਵੀ ਬਣਾਓ ਬਾਈਬਲ ਦੀ, ਅੰਦਰ ਆਪ ਆਪਣੀ ਮੂਵੀ ਬਣਾਓ, ਪ੍ਰਭੂ ਬਣਾਓ। ਤੇ ਇਹ ਮੂਵੀ ਜਦੋਂ ਬਣਾ ਲਈ ਤੁਸੀਂ, ਨਾਲ ਬਣਾ ਲਈ, ਫਿਰ ਇਹ ਮੂਵੀ ਚੱਲਣਗੇ ਦੁਪਹਿਰੇ ਵੀ, ਫਿਰ ਉਹਨੂੰ ਚੱਲਣ ਦੇ ਮੂਵੀ ਨੂੰ ਸ਼ਾਮ ਨੂੰ ਵੀ, ਫਿਰ ਇਹ ਮੂਵੀ ਨੂੰ ਚੱਲਣ ਰਾਤ ਨੂੰ ਵੀ, ਫਿਰ ਇਹ ਮੂਵੀ ਨੂੰ ਚੱਲਣ ਨੂੰ ਪੈਣ ਲੱਗੇ ਵੀ, ਆਮੀਨ। ਤੇ ਫਿਰ ਤੁਸੀਂ ਬੱਚਿਆਂ ਨੂੰ ਵੀ ਤੁਸੀਂ ਇਹ ਮੂਵੀ ਬਾਤਾਂ ਵਾਂਗੂ ਸੁਣਾਓ, ਉਹਨਾਂ ਨੂੰ ਬਾਤਾਂ ਵਾਂਗੂ ਮੂਵੀ ਸੁਣਾਓ ਉਹਨਾਂ ਨੂੰ, ਬੱਚਿਆਂ ਨੂੰ, ਤਾਂ ਕਿ ਉਹਨਾਂ ਨੂੰ ਮਨ ਵਿੱਚ ਮੂਵੀ ਬਣ ਜਾਵੇ, ਆਮੀਨ। ਤੇ ਪ੍ਰਭੂ ਦੇ ਬਣਾਓ। ਇਹ ਸ਼ਬਦ ਜੇ ਆਪਣੇ ਮਨ ਵਿੱਚ ਐ ਫਿਲਮ ਵਾਂਗੂ ਚੱਲੇਗਾ, ਆਪਣੀ ਜ਼ਿੰਦਗੀ ਬਹੁਤ ਵੱਡੀ ਇੱਛਾ ਹੋਵੇਗੀ ਤੇ ਬਹੁਤ ਵੱਡੀ ਤਰੱਕੀ ਹੋਵੇਗੀ। ਪਰਮੇਸ਼ਰ ਦਾ ਵਚਨ ਆਪਾਂ ਨੂੰ ਦੱਸਦਾ ਹੈਗਾ ਪ੍ਰਭੂ ਦੇ ਬਣਾਓ, ਯਾਨੀ ਕਿ ਆਪਣੀਆਂ ਆਪ ਮੂਵੀਆਂ ਬਣਾਉਣੀਆਂ ਸ਼ੁਰੂ ਕਰਦੀ ਹੈ, ਛੱਡਦੀ ਹੈ ਦੂਜੀਆਂ ਮੂਵੀਆਂ ਨੂੰ ਦੇਖਣੀਆਂ, ਆਹ ਮੂਵੀਆਂ ਬਣਾਉਣੀਆਂ ਸ਼ੁਰੂ ਕਰਦੀ ਹੈ। ਉਹ ਮੰਜੇ ਤੇ ਪਏ ਅੰਦਰ ਮੂਵੀ ਚੱਲ ਰਹੀ ਹੈਗੀ ਆਪਣੀ, ਆਮੀਨ। ਪ੍ਰੇਜ਼ ਦ ਲਾਰਡ। ਪ੍ਰਭੂ ਦਾ ਧੰਨਵਾਦ ਕਰਦੇ ਹੈਗੇ ਪ੍ਰਭੂ ਦੇ ਬਣਾਓ। ਇਹ ਕਿਤਾਬ ਜਿਹੜੀ ਆ, ਇਹ ਜਿਉਂਦੀ ਕਿਤਾਬ ਹੈਗੀ ਆ। ਇਹ ਕਿਤਾਬ ਜਿਹੜੀ ਹੈਗੀ ਆ ਬਹੁਤ ਵੱਡੀ ਬਰਕਤ ਵਾਲੀ ਕਿਤਾਬ ਹੈਗੀ ਆ। ਸਾਰੀ ਬਾਈਬਲ ਦਾ ਜਿਹੜਾ ਥੀਮ ਆ ਉਹ ਪ੍ਰਭੂ ਯਿਸੂ ਮਸੀਹ ਜੀ ਨੇ ਖੁਦ, ਪੁਰਾਣੇ ਨੇਮ ਦਾ ਇੱਕ ਕਿਤਾਬ ਪੁਰਾਣੇ ਨੇਮ ਦੀ ਪ੍ਰਭੂ ਯਿਸੂ ਮਸੀਹ ਜੀ ਨੂੰ ਰਿਪਰੈਜ਼ੈਂਟ ਕਰਦੀ ਹੈ। ਨਵੇਂ ਨੇਮ ਦੀ ਵੀ ਇੱਕ ਕਿਤਾਬ ਪ੍ਰਭੂ ਯਿਸੂ ਜੀ ਨੂੰ ਰਿਪਰੈਜ਼ੈਂਟ ਕਰਦੀ ਹੈ। ਮਤੀ ਦੀ ਕਿਤਾਬ ਦਾ ਖਾਸ ਥੀਮ ਆ, ਮਤੀ ਕਹਿੰਦਾ ਆ ਕਿ ਯਿਸੂ ਮਸੀਹ ਜਿਹੜੇ ਹੋਏ ਨੇ ਉਹ ਰਾਜਾਂ ਦੇ ਰਾਜਾ ਸੀਗੇ, ਉਹ ਖੁਦ ਮਸੀਹ ਸੀਗੇ।
ਮਰਕਸ ਕਹਿੰਦਾ ਆ ਪ੍ਰਭੂ ਯਿਸੂ ਮਸੀਹ ਜੀ ਨੇ ਉਹ ਸੇਵਾਦਾਰ ਹੋਏ ਨੇ ਜਿਨ੍ਹਾਂ ਨੇ ਆਪਣੀ ਜਾਨ ਸਲੀਬ ਤੇ ਦਿੱਤੀ ਆ ਤੇ ਐਸੀ ਸੇਵਾ ਕੀਤੀ ਹੈ ਤਾਂ ਕਿ ਆਪਾਂ ਮੁਕਤੀ ਪ੍ਰਾਪਤ ਕਰ ਸਕੀਏ। ਸੰਤ ਲੂਕਾਸ ਦੱਸਦਾ ਆ ਕਿ ਪ੍ਰਭੂ ਯਿਸੂ ਮਸੀਹ ਜੀ ਜਿਹੜੇ ਹੋਏ ਨੇ ਉਹ ਇਨਸਾਨ ਦੇ ਪੁੱਤਰ ਹੋਏ ਨੇ। ਇੱਕ ਐਸਾ ਇਨਸਾਨ ਹੋਇਆ ਆ ਜਿਹਨੇ ਪਵਿੱਤਰਤਾ ਦੀ ਜ਼ਿੰਦਗੀ ਬਤੀਤ ਕੀਤੀ, ਸਲੀਬ ਤੇ ਚੜ ਗਿਆ ਤੇ ਮਰਨ ਤੋਂ ਬਾਅਦ ਜੀ ਉਠਾ ਸਾਨੂੰ ਜ਼ਿੰਦਗੀ ਦੇਣ ਦੇ ਵਾਸਤੇ। ਸੰਤ ਯਹੋਨਾ ਦਾ ਇਸ਼ਾਰਾ ਆਇਆ ਕਿ ਪ੍ਰਭੂ ਯਿਸੂ ਮਸੀਹ ਜਿਹੜੇ ਨੇ ਉਹ ਰੱਬ ਦੇ ਪੁੱਤਰ ਨੇ। ਉਹ ਰੱਬ ਜੋ ਸਵਰਗ ਛੱਡ ਕੇ ਧਰਤੀ ਤੇ ਆਇਆ, ਇਨਸਾਨ ਬਣ ਕੇ ਆਪਣੇ ਵਿੱਚ ਰਿਹਾ ਤੇ ਸਲੀਬ ਤੇ ਚੜ ਕੇ ਮੁਕਤੀ ਖਰੀਦ ਕੇ ਦੁਬਾਰਾ ਫਿਰ ਵਾਪਸ ਉੱਥੇ ਚਲੇ ਜਾਂਦਾ ਆ ਤਾਂ ਕਿ ਆਪਾਂ ਬਚਾਏ ਜਾਈਏ। ਚੇਲਿਆਂ ਦੇ ਕਰਤੱਵ ਦੇ ਵਿੱਚ ਲਿਖਿਆ ਗਿਆ ਆ ਕਿ ਪਵਿੱਤਰ ਆਤਮਾ ਹੀ ਉਹ ਪ੍ਰਭੂ ਆ ਜਿਹੜਾ ਹੁਣ ਰੂਹ ਦੇ ਵਿੱਚ ਆਪਣੇ ਨਾਲ ਆ। ਆਮੇਨ। ਪਰਮੇਸ਼ਰ ਦਾ ਵਚਨ ਕਹਿੰਦਾ ਆ, ਰੋਮਨਸ ਦੇ ਵਿੱਚ ਲਿਖਿਆ ਆ, ਇਹ ਇੱਕ ਡਿਲੀਵਰਰ ਆ, ਇਹ ਉਹ ਪਰਮੇਸ਼ਰ ਆ ਜਿਹੜਾ ਸਾਨੂੰ ਜਸਟੀਫਾਈ ਕਰਦਾ ਆ। ਪਰਮੇਸ਼ਰ ਦੇ ਪਹਿਲੇ ਕੋਰਿੰਥੀਅਨ ਤੇ ਦੂਜੀ ਕੋਰਿੰਥੀਅਨ ਦੀ ਕਿਤਾਬ 'ਚ ਲਿਖਿਆ ਗਿਆ ਆ, ਇਹ ਪਹਿਲਾ ਆਦਮ ਨੀਗਾ ਜਿਹਨੇ ਪਾਪ ਕੀਤਾ, ਇਹ ਆਖਰੀ ਆਦਮ ਆ ਜਿਹਨੇ ਸਲੀਬ ਤੇ ਉਹ ਪਾਪ ਚੁੱਕ ਲਿਆ ਤੇ ਡਿਸਟਰੋਏ ਕਰਤਾ ਤੇ ਸਾਨੂੰ ਮੁੜ ਕੇ ਦੁਬਾਰਾ ਫਿਰ ਉਸ ਰਿਲੇਸ਼ਨਸ਼ਿਪ ਵਿੱਚ ਪਾਤਾ ਜਿਹੜੇ ਰਿਲੇਸ਼ਨਸ਼ਿਪ 'ਚ ਆਦਮ ਤੇ ਹਵਾ ਸੀਗੇ ਸ਼ੁਰੂ ਤੋਂ ਲੈ ਕੇ। ਰੋਮਨਸ ਦੀ ਕਿਤਾਬ ਦੇ ਵਿੱਚ ਦੇਖਿਆ ਆਪਾਂ, ਕੋਰਿੰਥੀਅਨਸ ਦੀ ਕਿਤਾਬ ਦੇ ਵਿੱਚ ਦੇਖਿਆ ਆਪਾਂ, ਗਲਾਤੀਆਂ ਦੀ ਕਿਤਾਬ ਦੇ ਵਿੱਚ ਦੱਸਿਆ ਗਿਆ ਆ ਕਿ ਯਿਸੂ ਮਸੀਹ ਜੀ ਉਹ ਨੇ ਜਿਨੇ ਆ ਕੇ ਸਾਨੂੰ ਆਜ਼ਾਦ ਕੀਤਾ ਆ। ਇਹ ਉਹ ਇਨਸਾਨ ਆ ਜਿਹੜਾ ਇਨਸਾਨ ਨੂੰ ਆਜ਼ਾਦ ਕਰਦਾ ਆ। ਐਫਸੀਆਂ ਦੀ ਕਿਤਾਬ ਦੇ ਵਿੱਚ ਲਿਖਿਆ ਆ, ਇੱਕ ਐਸਾ ਸਿਰ ਆ ਜਿਹੜੀਆਂ ਸਾਰੀਆਂ ਚੀਜ਼ਾਂ ਦੇ ਉੱਤੇ ਆ। ਆਮੇਨ। ਇਹ ਇੱਕ ਐਸਾ ਸਿਰ ਆ ਤਾਂ ਕਿ ਹਰ ਇਨਸਾਨ ਇਹਨੂੰ ਸਾਰੀ ਮਹਿਮਾ ਤੇ ਜਲਾਲ ਤੇ ਇੱਜ਼ਤ ਤੇ ਮਾਣ ਦੇ ਸਕੇ। ਫਿਲਿੱਪੀਆਂ ਦੀ ਕਿਤਾਬ ਵਿੱਚ ਲਿਖਿਆ ਆ, ਇੱਕ ਐਸਾ ਰੱਬ ਆ ਜਿਹੜੀਆਂ ਤੁਹਾਡੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦਾ ਆ। ਕੋਲੋਸੀਆਂ ਦੀ ਕਿਤਾਬ ਵਿੱਚ ਲਿਖਿਆ ਆ ਕਿ ਪ੍ਰਭੂ ਦੇ ਭੈਣੋ, ਇਹ ਇੱਕ ਐਸਾ ਪਰਮੇਸ਼ਰ ਪਿਤਾ ਦਾ ਪੁੱਤਰ ਆ ਜਿਹਦੇ ਵਿੱਚ ਪਰਮੇਸ਼ਰ ਪਿਤਾ ਦਾ ਸਾਰਾ ਜਲਾਲ ਤੇ ਸਾਰੀ ਮਹਿਮਾ ਮੌਜੂਦ ਆ। ਵਾਓ। ਪਹਿਲੇ ਤਸਲੋਨੀਆਂ ਦੂਸਰੀ ਤਸਲੋਨੀਆਂ ਦੀ ਕਿਤਾਬ 'ਚ ਲਿਖਿਆ ਆ, ਇੱਕ ਐਸਾ ਰਾਜਾ ਆ ਜਿਹੜਾ ਜਿਉਂਦਾ ਆ। ਆਮੇਨ। ਲਿਖਿਆ ਆ, ਇੱਕ ਐਸਾ ਰਾਜਾ ਆ ਜਿਹੜਾ ਵਾਪਸ ਆਉਣ ਵਾਲਾ ਆ। ਤਿਆਰ ਹੋ ਜਾਈਏ ਉਹਨੂੰ ਸਵੀਕਾਰ ਕਰਨ ਦੇ ਵਾਸਤੇ। ਤਿਮੋਥੀ ਦੀ ਕਿਤਾਬ ਦੇ ਵਿੱਚ ਲਿਖਿਆ ਆ, ਇੱਕ ਐਸਾ ਮੀਡੀਏਟਰ ਆ ਰੱਬ ਤੇ ਇਨਸਾਨ ਦੇ ਵਿਚਾਲੇ ਜੋ ਵਿਚੋਲਾ ਹੁੰਦਾ ਆ। ਇਹ ਇੱਕ ਵਿਚੋਲਾ ਆ ਜੋ ਯਿਸੂ ਮਸੀਹ ਆ। ਤਿਮੋਥੀ ਆਪਾਂ ਨੂੰ ਦੱਸਦਾ ਆ। ਟਾਈਟਸ ਦੀ ਕਿਤਾਬ ਵਿੱਚ ਲਿਖਿਆ ਆ, ਇਹ ਇੱਕ ਐਸੀ ਆਸ ਆ ਜਿਹੜੀ ਜਿਉਂਦੀ ਆ, ਇੱਕ ਐਸੀ ਹੋਪ ਆ ਜਿਹੜੀ ਜਿਉਂਦੀ ਆ ਕਿ ਪ੍ਰਭੂ ਯਿਸੂ ਮਸੀਹ ਦੁਬਾਰਾ ਫਿਰ ਸਾਨੂੰ ਲੈਣ ਵਾਸਤੇ ਆਣਗੇ। ਆਮੇਨ। ਫਿਲਿਮੋਨ ਦੀ ਕਿਤਾਬ ਵਿੱਚ ਲਿਖਿਆ ਗਿਆ ਆ, ਇੱਕ ਐਸਾ ਦੋਸਤ ਆ ਜਿਹੜਾ ਭਰਾ ਨਾਲੋਂ ਵੀ ਜ਼ਿਆਦਾ ਨੇੜੇ ਆ, ਪ੍ਰਭੂ ਯਿਸੂ ਮਸੀਹ। ਅਬਰਾਨੀਆਂ ਦੀ ਕਿਤਾਬ 'ਚ ਲਿਖਿਆ ਗਿਆ ਆ, ਇੱਕ ਐਸਾ ਫੇਥਫੁਲ ਹਾਈ ਪ੍ਰੀਸਟ ਆ ਜਿਹਨੇ ਆਪਣਾ ਲਹੂ ਦਿੱਤਾ ਤੇ ਇਹਦੇ ਲਹੂ ਦੀ ਸ਼ਕਤੀ ਦੇ ਨਾਲ ਆਪਾਂ ਪਵਿੱਤਰਾਂ ਤੇ ਪਵਿੱਤਰ ਥਾਂ ਦੇ ਵਿੱਚ ਜਾ ਸਕਦੇ ਹਾਂ। ਵਾਓ। ਜੇਮਸ ਦੀ ਕਿਤਾਬ ਵਿੱਚ ਲਿਖਿਆ ਗਿਆ ਆ, ਇਹ ਗ੍ਰੇਟ ਫਿਜ਼ੀਸ਼ੀਅਨ ਆ, ਇੱਕ ਐਸਾ ਹਕੀਮ ਆ ਜਿਹੜਾ ਬਹੁਤ ਮਹਾਨ ਆ ਤੇ ਜਿਹੜਾ ਹਰ ਬਿਮਾਰੀ ਤੋਂ ਸਾਨੂੰ ਆਜ਼ਾਦ ਕਰ ਸਕਦਾ ਹੈ। ਪਹਿਲਾ ਪਤਰਸ ਤੇ ਦੂਸਰਾ ਪਤਰਸ ਆਪਾਂ ਨੂੰ ਦੱਸਦਾ ਹੈਗਾ ਆ ਕਲੀਅਰਲੀ ਕਿ ਇੱਕ ਐਸਾ ਸ਼ੈਪਰਡ ਆ, ਇਹ ਬਹੁਤ ਹੀ ਚੰਗਾ ਚਰਵਾਹਾ ਆ। ਹੋਰ ਕੋਈ ਵੀ ਏਦਾਂ ਦਾ ਚਰਵਾਹਾ ਆਪਾਂ ਨੂੰ ਨਹੀਂ ਮਿਲਣਾ ਜਿੱਦਾਂ ਦਾ ਪ੍ਰਭੂ ਯਿਸੂ ਮਸੀਹ ਚਰਵਾਹਾ ਹੈ। ਮੈਂ ਚੰਗਾ ਚਰਵਾਹਾ। ਪਹਿਲਾ ਦੂਜਾ ਤੀਸਰਾ ਯਹੋਨਾ ਦੱਸਦਾ ਆ, ਇਹ ਐਵਰਲਾਸਟਿੰਗ ਲਵ ਹੈ, ਹਮੇਸ਼ਾ ਹਮੇਸ਼ਾ ਵਾਲਾ ਪਿਆਰ ਖੁਦ ਯਿਸੂ ਮਸੀਹ ਹੈ। ਜੂਦਾ ਦੀ ਕਿਤਾਬ ਵਿੱਚ ਲਿਖਿਆ ਆ, ਇਹ ਆਪਣਾ ਮੁਕਤੀ ਦਾਤਾ, ਆਪਣਾ ਬਖਸ਼ਣਹਾਰ ਪ੍ਰਭੂ ਯਿਸੂ ਹੈ। ਪ੍ਰਕਾਸ਼ ਦੀ ਪੋਥੀ ਕਹਿੰਦੀ ਆ, ਇਹ ਰਾਜਾਂ ਦਾ ਰਾਜਾ ਤੇ ਪ੍ਰਭੂਆਂ ਦਾ ਪ੍ਰਭੂ ਹੈ ਜਿਹਦੇ ਸਾਹਮਣੇ ਸਾਰੇ ਘੁਟਨੇ ਟਿਕਣਗੇ ਤੇ ਸਾਰੇ ਲੋਕ ਆਪਣੇ ਪੂਰੇ ਦਿਲ ਦੇ ਨਾਲ ਸਾਰੀ ਮਹਿਮਾ, ਸਾਰਾ ਜਲਾਲ, ਸਾਰੀ ਇੱਜ਼ਤ, ਸਾਰਾ ਮਾਣ ਇਸ ਨੂੰ ਦੇਣਗੇ। ਇੱਕ ਐਸੀ ਕਿਤਾਬ ਆ ਬਾਈਬਲ ਜਿਹਦਾ ਥੀਮ ਇਹ ਆ, ਇਮਾਨੂਅਲ, ਗॉड ਵਿਦ ਅਸ, ਯਿਸੂ ਮਸੀਹ। ਇਸ ਕਿਤਾਬ ਨੂੰ ਦਿਨ ਰਾਤ ਆਪਣੀਆਂ ਅੱਖਾਂ ਤੋਂ ਓਲੇ ਨਾ ਹੋਣ ਦਿਓ, ਆਪਣੇ ਦਿਲ ਤੋਂ ਓਲੇ ਨਾ ਹੋਣ ਦਿਓ, ਆਪਣੀਆਂ ਸੋਚਾਂ ਤੋਂ ਓਲੇ ਨਾ ਹੋਣ ਦਿਓ। ਇਸ ਕਿਤਾਬ ਨੂੰ ਪੜੋ ਤੇ ਆਪਣੇ ਅੰਦਰ ਮੂਵੀਆਂ ਬਣਾਵੋ ਇਸ ਕਿਤਾਬ ਦੀਆਂ। ਬਰਾਬਰ ਬਣਾਓ, ਫਿਰ ਬਰਕਤ ਆਵੇਗੀ ਆਪਣੀ ਜ਼ਿੰਦਗੀ ਦੇ ਉੱਤੇ। ਆਮੇਨ। ਕਿ ਪਰਮੇਸ਼ਰ ਪਿਤਾ ਦਾ ਪਿਆਰ, ਪ੍ਰਭੂ ਯਿਸੂ ਮਸੀਹ ਜੀ ਦੀ ਕਿਰਪਾ ਤੇ ਮਿਹਰ,
ਪਵਿੱਤਰ ਆਤਮਾ ਦੀ ਸੰਗਤੀ ਤੁਹਾਡੇ ਸਭਨਾਂ ਨਾਲ ਹੋਵੇ। ਜਿਉਂ-ਜਿਉਂ ਤੁਸੀਂ ਇਸ ਧਰਮ ਗ੍ਰੰਥ ਨੂੰ, ਬਾਈਬਲ ਨੂੰ ਦਿਨ ਰਾਤ ਪੜ੍ਹਦੇ ਹੋ ਤੇ ਪਰਮੇਸ਼ਰ ਤੋਂ ਬਰਕਤਾਂ ਤੇ ਤਰੱਕੀਆਂ ਮਾਣਦੇ ਹੋ। ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਆਮੀਨ, ਆਮੀਨ, ਆਮੀਨ। ਜੈ ਮਸੀਹ ਦੀ ਸਾਰਿਆਂ ਨੂੰ।